ਧਿਆਵੋ। ਗੁਰੂ ਰਾਮਦਾਸ ਗੁਣ ਗਾਵੋ। ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼। ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਹਰਿ ਕ੍ਰਿਸ਼ਨ ਮਨਾਉ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਦੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੋਰ ਠੋਰ ਕੋ ਆਵਈ ਦੇਰ ਦੋਰ ਅਰਬੀਰ। ਕੋਠਾ ਸਿੰਘ ਗੁਲ ਕਾਹਤੇ ਮਦਨ ਸਿੰਘ ਧਰ ਧੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਸੰਧਿਆ ਦੇ ਦੀਵਾਨਾਂ ਵਿੱਚ ਸੋਧਾ ਰਹਿਰਾਸ ਸਾਹਿਬ ਦੇ ਪਾਠ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਹਰ ਰੋਜ਼ ਸ੍ਰੀ ਚਮਕੌਰ ਸਾਹਿਬ ਜੀ ਦੇ ਜੰਗ ਦੀ ਕਥਾ ਸਰਵਣ ਕਰ ਰਹੇ ਹੋ, ਕਿਉਂਕਿ ਇਹ ਦਿਨ ਉਹ ਚੱਲ ਰਹੇ ਹਨ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਪੋਹ ਮਾਹ ਦੀਆਂ ਰਾਤਾਂ ਕਹਿਰ ਦੀ ਠੰਡ ਦੇ ਵਿੱਚ ਮਹਾਰਾਜ ਦੇ ਪਰਿਵਾਰ ਨੂੰ ਵਿਛੋੜਾ ਪੈ ਗਿਆ। ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕਿਸੇ ਪਾਸੇ ਤੇ ਮਹਾਰਾਜ ਦੇ ਮਹਿਲ ਕਿਸੇ ਪਾਸੇ। ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਨਾਲ ਦਿੱਲੀ ਦੀ ਸੰਗਤ ਲੈ ਗਈ ਹੈ। ਔਰ ਸਾਹਿਬ ਕਲਗੀਧਰ ਪਾਤਸ਼ਾਹ ਜੀ 40 ਸਿੰਘਾਂ ਸਮੇਤ 2 ਸਾਹਿਬਜ਼ਾਦਿਆਂ ਸਮੇਤ ਚਮਕੌਰ ਪਹੁੰਚੇ ਹਨ। ਤੇ ਚਮਕੌਰ ਦੇ 8 ਪੋਹ ਸਵੇਰ ਸਾਰ ਜੰਗ ਸ਼ੁਰੂ ਹੋ ਗਿਆ ਹੈ। ਉਸ ਜੰਗ ਦੀ ਕਥਾ ਜਾਰੀ ਹੈ। ਦੁਸ਼ਮਣ ਦੀਆਂ ਫੌਜਾਂ ਬਾਰ-ਬਾਰ ਹਮਲਾ ਕਰਦੀਆਂ ਗੜੀ ਦੇ ਵਿੱਚ ਵੜ ਜਾਈਏ। ਜਦੋਂ ਗੜੀ ਦੇ ਨੇੜੇ ਆਉਂਦੇ ਸਿੰਘ ਤੀਰਾਂ ਗੋਲੀਆਂ ਨਾਲ ਭੁੰਨ ਸੁੱਟਦੇ ਹਨ। ਦੜਾ-ਦੜ ਸੂਰਮੇ ਡਿੱਗਦੇ ਹਨ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਜੰਗ ਦਾ ਨਕਸ਼ਾ ਜੋ ਬੰਨਿਆ ਹੈ ਬਾ ਕਮਾਲ ਹੈ, ਕਿਉਂਕਿ ਅਨੁਭਵ ਦੇ ਵਿੱਚ ਇਹ ਵਸਤੂ ਵਿਰਲੇ ਵਿਰਲੇ ਮਹਾਂਪੁਰਸ਼ਾਂ ਦੇ ਆਉਂਦੀ ਹੈ। ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਇਤਿਹਾਸ ਲਿਖਵਾਇਆ, ਆਪ ਹੀ ਕਿਰਪਾ ਕਰਕੇ ਸੁਣਾ ਰਹੇ ਨੇ। ਆਓ ਆਪਣੀਆਂ ਮਨ ਬਿਰਤੀਆਂ ਬਾਜਾਂ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਜੋੜੀਏ। ਸਤਿਗੁਰਾਂ ਦੇ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜੀਏ। ਪਿਆਰ ਦੇ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੋਰ ਠੋਰ ਕੋ ਆਵਈ ਦੌਰ ਦੌਰ ਅਰਬੀਰ। ਦੁਸ਼ਮਣ ਦੀਆਂ ਫੌਜਾਂ ਹਰ ਪਾਸਿਓਂ ਦੌੜ ਦੌੜ ਕੇ ਅੱਗੇ ਆਉਂਦੀਆਂ ਹਨ। ਕੋਠਾ ਸਿੰਘ ਗੁਲ ਕਾਹਤੇ ਮਦਨ ਸਿੰਘ ਥਰ ਧੀਰ। ਤੇ ਸਾਰੀ ਫੌਜ ਦਾ ਜ਼ੋਰ ਹੈ ਵੀ ਦਰਵਾਜ਼ਾ ਤੋੜ ਕੇ ਅੰਦਰ ਵੜ ਜਾਈਏ। ਪਰ ਜਦੋਂ ਦਰਵਾਜ਼ੇ ਵੱਲ ਆਉਂਦੇ ਨੇ ਤੁਰਕ, ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਦੁਸ਼ਮਣ ਤੇ ਗੋਲੀਆਂ ਦਾ ਮੀਂਹ ਵਰਾਂਦੇ ਨੇ।
ਭਾਈ ਮਦਨ ਸਿੰਘ ਜੀ ਰਵਿਦਾਸੀਏ ਬਰਾਦਰੀ ਵਿੱਚੋਂ ਸਿੰਘ ਸਜੇ ਸਨ ਤੇ ਭਾਈ ਕੋਠਾ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ। ਇਹ ਦੋਵੇਂ ਗੁਰੂ ਦੇ ਲਾਲ ਦਰਵਾਜ਼ੇ 'ਚ ਖੜੇ ਹਨ ਤੇ ਦੁਸ਼ਮਣ ਤੇ ਕਾੜ ਕਾੜ ਕਰਦੀਆਂ ਗੋਲੀਆਂ ਦਾ ਮੀਂਹ ਵਰਾਈ ਜਾਂਦੇ ਤੇ ਤੀਰਾਂ ਦਾ ਮੀਂਹ ਵਰਾਉਂਦੇ ਹਨ। ਨਰਾਜ ਛੰਦ ਦਹੂਨ ਤਾਕ ਤਾਕ ਕਹਿ ਤੁਫੰਗ ਠੋਕ ਗੋਰੀਆਂ। ਦੋਵਾਂ ਸੂਰਮਿਆਂ ਨੇ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਨੇ ਦੁਸ਼ਮਣ ਦੀਆਂ ਛਾਤੀਆਂ 'ਚ ਨਿਸ਼ਾਨੇ ਲਾ ਲਾ ਕੇ ਗੋਲੀਆਂ ਠੋਕੀਆਂ ਹਨ। ਹਰੀ ਹਜ਼ਾਰ ਓਰੜੇ ਸਮੂਹ ਸੋਹ ਛੋਰੀਆਂ। ਜਿਹੜੀ ਹਜ਼ਾਰਾਂ ਦੀ ਤਾਦਾਦ ਵਿੱਚ ਫੌਜ ਆ ਰਹੀ ਸੀ ਸਾਹਮਣੇ, ਉਹਨਾਂ ਵੱਲ ਆਪਣੀਆਂ ਬੰਦੂਕਾਂ ਦੇ ਮੂੰਹ ਸਿੱਧੇ ਕਰਕੇ ਲਗਾਤਾਰ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਗੋਲੀਆਂ ਚਲਾਈ ਜਾਂਦੇ ਹਨ। ਲਗੀ ਕਿਤੇ ਕਿ ਅੰਗ ਮੈਂ ਨਿਸੰਗ ਹੋਏ ਭਾਖਿਓ। ਕਹਿੰਦੇ ਕਈਆਂ ਦੇ ਅੰਗਾਂ ਵਿੱਚ ਗੋਲੀਆਂ ਲੱਗੀਆਂ ਨੇ, ਕਈ ਦੇ ਮੱਥੇ ਤੇ, ਕਿਸੇ ਦੇ ਛਾਤੀ 'ਚ, ਕਿਸੇ ਦੇ ਪੱਟ 'ਚ, ਕਿਸੇ ਦੀ ਬਾਹ ਵਿੱਚ, ਤੇ ਨਿਸੰਗ ਹੋ ਕੇ ਆਖਿਆ ਹੈ ਪ੍ਰਭੂ ਨਿਰਦੇਸ਼ ਦੀਜੀਏ ਬਸ਼ੀਸ਼ ਹੀ ਇਹ ਕਾਂਖਿਓ। ਤੇ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਨੇ ਦਰਵਾਜ਼ੇ ਵਿੱਚ ਖੜਿਆਂ ਹੋਇਆਂ ਨੇ 10ਵੇਂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਹੈ, ਸਤਿਗੁਰੂ ਜੀ ਸਾਨੂੰ ਆਗਿਆ ਦਿਓ, ਸਾਡੇ ਮਨ ਵਿੱਚ ਬੜਾ ਚਾਹ ਹੈ, ਬੜੀ ਇੱਛਾ ਹੈ। ਪਧਾਰਪੁਰ ਬਾਹਰ ਇਸ ਦੌਰ ਜੰਗ ਕਾਲ ਹੈ। ਮਹਾਰਾਜ ਬਾਹਰ ਨਿਕਲ ਕੇ ਦੁਸ਼ਮਣ ਦੇ ਨਾਲ ਜੰਗ ਕਰੀਏ ਦੌੜ ਦੌੜ ਕੇ। ਕਿਰਪਾਨ ਕਾਢ ਮਿਆਨ ਤੇ ਨਿਦਾਨ ਸ਼ਤਰੂ ਡਾਲ ਹੈ। ਮਿਆਨ ਚੋਂ ਤੇਗਾਂ ਧੂ ਲਈਏ, ਜੇ ਆਗਿਆ ਹੋਵੇ ਤੇ ਤੇਗ ਦੇ ਨਾਲ ਇਹਨਾਂ ਦੇ ਟੋਟੇ ਟੋਟੇ ਕਰ ਸੁੱਟੀਏ। ਹਸੇ ਕਿਰਪਾਲ ਦੇ ਖੁਸ਼ੀ ਕਹਿਓ ਦਿਖਾਏ ਹਾਥ ਕੋ। ਮਹਾਰਾਜ 10ਵੇਂ ਪਾਤਸ਼ਾਹ ਤੀਸਰੀ ਮੰਜ਼ਲ ਦਰੀਚੀ 'ਚ ਬੈਠੇ ਸਨ। ਮਦਨ ਸਿੰਘ ਤੇ ਕੋਠਾ ਸਿੰਘ ਦੀ ਬੇਨਤੀ ਸੁਣ ਕੇ ਆਗਿਆ ਦਿੱਤੀ, ਹੱਸ ਕੇ ਕਹਿਣ ਲੱਗੇ ਦਿਖਾਓ ਸੂਰਮਿਓ ਫਿਰ ਆਪਣੇ ਹੱਥ। ਪ੍ਰਵੇਸ਼ ਪੰਜ ਸੈਨ ਵਿੱਚ ਕਾਟ ਕਾਟ ਮਾਥ ਕੋ। ਕਹਿੰਦੇ ਵੈਰੀ ਦੀ ਪ੍ਰਵੇਸ਼ ਪੁੰਜ ਪੁੰਜ, ਕਹਿੰਦੇ ਬਹੁਤ ਸਾਰੇ ਦੁਸ਼ਮਣ ਦੀ ਜਿਹੜੀ ਫੌਜ ਹੈ, ਸੈਨਾ, ਉਹਦੇ ਵਿੱਚ ਵੜ ਕੇ ਵੈਰੀਆਂ ਦੇ ਸਿਰ ਲਾ ਦਿਓ। ਗੁਰੂ ਬਖਾਨ ਸਰੋਏ ਕੋ ਪਿਆਨ ਦੌਨ ਸੂਰਮੇ। ਮਹਾਰਾਜ 10ਵੇਂ ਪਾਤਸ਼ਾਹ ਦੀ ਆਗਿਆ ਲੈ ਕੇ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਦੋਵੇਂ ਗੁਰੂ ਦੇ ਲਾਲ ਦਰਵਾਜ਼ੇ ਬਾਹਰ ਨਿਕਲੇ ਹਨ। ਜਵਾਰ ਖੋਲ ਪੋਰ ਕੇਰ ਦੌਰ ਦੌਰ ਦੂਰ ਮੇ। ਦਰਵਾਜ਼ੇ ਦੇ ਵਿੱਚੋਂ ਦੀ ਛੋਟੀ ਬਾਈ ਤੋਂ ਦੌੜ ਕੇ ਬਾਹਰ ਨਿਕਲੇ ਹਨ ਤੇ ਵੈਰੀ ਤੇ ਇਦਾਂ ਪੈ ਗਏ ਜਿਵੇਂ ਚੀਤਾ ਸ਼ਿਕਾਰ ਤੇ ਜਾ ਪੈਂਦਾ ਹੈ। ਦਿਖਾਏ ਬੇਕਿਰਪਾਲ ਕੋ ਵਿਸਾਲ ਜੰਗ ਘਾਲਿਓ। ਆਪਣੇ ਮਾਰਗ, ਆਪਣੇ ਗੁਰਦੇਵ, ਆਪਣੇ ਸਹਿਬੇ ਕਮਾਲ ਦਸ਼ਮੇਸ਼ ਪਿਤਾ ਨੂੰ ਆਪਣੇ ਹੱਥ ਦਿਖਾਉਣ ਵਾਸਤੇ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਨੇ ਕਮਸਾਨ ਦਾ ਜੰਗ ਮਚਾ ਦਿੱਤਾ ਹੈ। ਬਚਾਏ ਵਾਰ ਢਾਲ ਮੈਂ ਅਰੀਨ ਮਾਰ ਡਾਲਿਓ। ਕਹਿੰਦੇ ਦੁਸ਼ਮਣ ਦੇ ਵਾਰਾਂ ਨੂੰ ਆਪਣੀਆਂ ਢਾਲਾਂ ਤੇ ਲੈ ਕੇ ਤੇ ਆਪਣੀਆਂ ਤੇਗਾਂ ਨਾਲ ਚੀਰ ਸੁੱਟਦੇ ਹਨ। ਪ੍ਰਭੂ ਵਿਸਾਲ ਓਜ ਦੀਨ ਧਾਰ ਓਏ ਜਾਹੇ ਕੀ। ਭਾਈ ਮਦਨ ਸਿੰਘ ਤੇ ਕੋਠਾ ਸਿੰਘ ਨੂੰ ਮਹਾਰਾਜ 10ਵੇਂ ਪਾਤਸ਼ਾਹ ਨੇ ਅਗੰਮੀ ਸ਼ਕਤੀ ਦੇ ਦਿੱਤੀ ਹੈ, ਬੇਅੰਤ ਬਲ ਦੇ ਦਿੱਤਾ ਹੈ। ਜਿਹੜੇ ਪਾਸੇ ਵੀ ਜਾ ਕੇ ਤੇਗ ਦਾ ਵਾਰ ਕਰਦੇ ਨੇ, ਇੱਕੋ ਵਾਰ ਨਾਲ ਲਾ ਸੁੱਟਦੇ ਨੇ। ਕਿਰਪਾਨ ਸ਼ਰੋਣ ਦੇਖ ਪੀਰ ਧੀਰ ਨਾਸ਼ ਤਾਹੇ ਕੀ। ਭਾਈ ਸਾਹਿਬ ਮਦਨ ਸਿੰਘ ਦੇ ਕੋਠਾ ਸਿੰਘ ਦੇ ਹੱਥ ਵਿੱਚ ਲਹੂ ਭਿੱਜੀਆਂ ਤਲਵਾਰਾਂ ਦੇਖ ਕੇ ਦੁਸ਼ਮਣ ਦਾ ਉਂਝ ਹੀ ਹੌਸਲਾ ਪਸਤ ਹੋ ਜਾਂਦਾ, ਜਿਹਦੇ ਵੱਲ ਗਰਜ ਕੇ ਪੈਂਦੇ ਨਾ ਬੱਬਰ ਸ਼ੇਰ। ਕਹਿੰਦੇ ਅੱਗੋਂ ਵੇਖ ਕੇ ਵੈਰੀ ਦੀ ਧੀਰਜ ਨਾਸ ਹੋ ਜਾਂਦੀ ਹੈ। ਸਕੇ ਨਾ ਝਾਲ ਸਾਮਹੇ ਮਤੰਗ ਹੇਰ ਸ਼ੇਰ ਕੋ। ਜਿਵੇਂ ਕਹਿੰਦੇ ਬੱਬਰ ਸ਼ੇਰ ਨੂੰ ਵੇਖ ਕੇ ਹਾਥੀ ਉਹਦਾ ਪ੍ਰਤਾਪ ਨਹੀਂ ਝੱਲ ਸਕਦਾ। ਹਾਥੀ ਕੱਦ ਕਾਠ ਜਿਹਦਾ ਵੱਡਾ ਹੁੰਦਾ ਪਰ ਸ਼ੇਰ ਜਿੰਨਾ ਦਿਲ ਦਲੇਰ ਨਹੀਂ ਹੁੰਦਾ। ਇਸ ਕਰਕੇ ਜਦੋਂ ਬੱਬਰ ਸ਼ੇਰ ਆਉਂਦਾ ਹੈ ਉਸ ਵੇਲੇ ਹਾਥੀਆਂ ਦਾ ਝੁੰਡ ਘਬਰਾ ਜਾਂਦਾ ਹੈ। ਕਟੰਤ ਅਗਰ ਛਤਰ ਕੇ ਕਰੰਤ ਥਾਇ ਨੇਰ ਕੋ। ਕਹਿੰਦੇ ਵੈਰੀ ਦੇ ਅੱਗੇ ਹੋ ਕੇ ਵੈਰੀ ਦੇ ਅੰਗ ਵੱਡ ਵੱਡ ਸੁੱਟਦੇ ਨੇ, ਦੌੜ ਦੌੜ ਕੇ ਪੈਂਦੇ ਨੇ, ਦੁਸ਼ਮਣ ਦੇ ਨੇੜੇ ਜਾ ਪੈਂਦੇ ਨੇ। ਲੋਕ ਦੁਸ਼ਟ ਪੁਸ਼ਟ ਜੇ ਅਨਿਸ਼ਟ ਜਾਣੇ ਆਪਣੇ। ਜਿਹੜੇ 7-7 ਬੁੱਟੇ ਪਠਾਨ ਤੇ ਮੁਗਲ ਬੜੇ ਬੜੇ ਦੁੰਬੇ ਖਾ ਖਾ ਕੇ ਪਲੇ ਹੋਏ ਸਨ, ਜਿਨ੍ਹਾਂ ਦੀਆਂ ਦੁਹਾਣੇ ਵਰਗੀਆਂ ਮੁੰਡੀਆਂ ਸਨ, ਜਦੋਂ ਸਿੰਘਾਂ ਨੂੰ ਨੇੜੇ ਵੇਖਦੇ ਨੇ ਉਹਨਾਂ ਨੂੰ ਇੰਜ ਲੱਗਦਾ ਵੀ ਸਾਡਾ ਕਾਲ ਆ ਗਿਆ ਹੈ। ਹਜ਼ਾਰ ਹੂੰ ਤੋਂ ਭੰਗ ਚੋਰ ਸਿੰਘ ਔਰ ਖਾਪਨੇ। ਤਲਵਾਰ ਦੀ ਝਾਲ ਨਹੀਂ ਝੱਲ ਸਕਦੇ ਤੇ ਦੂਰੋਂ ਹਜ਼ਾਰਾਂ ਬੰਦੂਕਾਂ ਦੇ ਨਾਲ ਗੋਲੀਆਂ ਦੇ ਫਾਇਰ ਕਰਦੇ, ਨਿਸ਼ਾਨੇ ਲਾਉਂਦੇ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਨੂੰ ਮਾਰਨ ਵਾਸਤੇ। ਲੱਗੀ 25-30 ਅੰਗ ਅੰਗ ਫੋਰ ਦੀਨਿਓ। 25-25 30 ਦੀ ਗੋਲੀਆਂ ਦੋਵਾਂ ਸੂਰਮਿਆਂ ਨੂੰ ਲੱਗੀਆਂ ਹਨ
ਤੇ ਗੋਲੀਆਂ ਦੇ ਨਾਲ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਦਾ ਅੰਗ ਅੰਗ ਛਾਨਣੀ ਹੋ ਗਿਆ ਹੈ। ਸਾਰਾ ਸਰੀਰ ਗੋਲੀਆਂ ਨਾਲ ਛਾਨਣੀ ਹੋ ਗਿਆ ਹੈ। ਗੁਰੂ ਗੁਰੂ ਪਨੰਤ ਦੇਵ ਲੋਕ ਜਾਣ ਕੀਨਿਓ। ਤੇ ਗੁਰੂ ਗੁਰੂ ਜਪਦੇ ਹੋਏ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਗੜੀ ਚਮਕੌਰ ਵਿੱਚ ਸਭ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕੀਤੀ ਹੈ। ਜਗਾਰੇ ਜਾਵੇ ਨਿਹਾਲ ਹੋ ਜਾਵੇ ਭਾਈ ਮਦਨ ਸਿੰਘ ਕੋਠਾ ਸਿੰਘ ਨੂੰ ਭਾਵੇ। ਸਤਿ ਸ੍ਰੀ ਅਕਾਲ। ਪ੍ਰਭੂ ਮੁਖਾਰ ਬਿੰਦ ਤੇ ਸਰਾਹੇ ਜੰਗ ਤਾਹੇ ਕੋ। ਮਹਾਰਾਜ ਦਰੀਚੀ 'ਚ ਬੈਠੇ ਹੋਏ 10ਵੇਂ ਪਾਤਸ਼ਾਹ ਜੀ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਦਾ ਯੁੱਧ ਵੇਖ ਰਹੇ ਨੇ ਤੇ ਉਹਨਾਂ ਨੂੰ ਸ਼ਾਬਾਸ਼ ਦਿੰਦੇ ਨੇ, ਉਹਨਾਂ ਦੇ ਯੁੱਧ ਦੀ ਸਰਾਹਨਾ ਕਰਦੇ ਨੇ। ਇਸੀ ਪ੍ਰਕਾਰ ਔਰ ਸਿੰਘ ਦੌਰ ਜੰਗ ਜਾਹੇ ਕੋ। ਇਸ ਤੋਂ ਬਾਅਦ ਹੋਰ ਫਿਰ ਸਿੰਘ ਜਾਣ ਵਾਸਤੇ ਤਿਆਰ ਹੋਏ ਨੇ। ਖਜਾਨ ਸਿੰਘ ਦਾਨ ਸਿੰਘ ਧਿਆਨ ਸਿੰਘ ਤੀਨਹੂ। ਭਾਈ ਦਾਨ ਸਿੰਘ ਜੀ, ਭਾਈ ਖਜਾਨ ਸਿੰਘ ਜੀ ਤੇ ਭਾਈ ਧਿਆਨ ਸਿੰਘ ਜੀ ਤਿੰਨੇ ਹੀ ਅਨਮਲੇਸ਼ ਬਾਹਰੇ ਹੁਕਮ ਭਾਖ ਲੀਨ ਹੂੰ। ਇਹਨਾਂ ਨੇ ਮਹਾਰਾਜ ਤੋਂ ਹੁਕਮ ਮੰਗਿਆ, ਸੱਚੇ ਪਾਤਸ਼ਾਹ ਹੁਣ ਸਾਨੂੰ ਆਗਿਆ ਦਿਓ। ਭਾਈ ਖਜਾਨ ਸਿੰਘ, ਦਾਨ ਸਿੰਘ, ਧਿਆਨ ਸਿੰਘ ਤਿੰਨੇ ਸੂਰਮੇ ਗੜੀ ਤੋਂ ਬਾਹਰ ਨਿਕਲੇ ਹਨ। ਬਿਆਨ ਠੋਰ ਪੋਰ ਕੇ ਦੌਰ ਦੌਰ ਬਾਹਰੇ। ਕਹਿੰਦੇ ਦਰਵਾਜ਼ੇ ਵਾਲੇ ਪਾਸੇ ਦੁਸ਼ਮਣ ਆਉਂਦਾ ਸੀ ਨਾ ਭੱਜ ਭੱਜ ਕੇ, ਜਿਹੜਾ ਗਲੀ 'ਚ ਵੱਢਦਾ ਸੀ, ਉਹਨਾਂ ਦਾ ਇਰਾਦਾ ਇਹ ਸੀ ਵੀ ਅਸੀਂ ਜ਼ੋਰ ਪਾ ਕੇ ਦਰਵਾਜ਼ਾ ਤੋੜਾਂਗੇ। ਪਰ ਜਦੋਂ ਉਹ ਦਰਵਾਜ਼ਾ ਤੋੜਨ ਆਏ ਨੇ ਤੇ ਤਿੰਨੇ ਸਿੰਘ ਬੱਬਰ ਸ਼ੇਰ ਦੀ ਤਰ੍ਹਾਂ ਜਾ ਪਏ ਨੇ, ਜਿਵੇਂ ਦੋ ਸਿੰਘ ਪਹਿਲਾਂ ਗਏ ਸੀ। ਘੁਮਾਏ ਸਾਂਗ ਸੇਲ ਕੋ ਬੇ ਲੋਕ ਲੋਕ ਆਹਰੇ। ਕਹਿੰਦੇ ਆਪਣੇ ਹੱਥ ਵਿੱਚ ਬੜੀਆਂ ਭਾਰੀਆਂ ਸਾਂਗਾਂ ਫੜੀਆਂ ਹੋਈਆਂ, ਸੇਲੇ ਫੜੇ ਹੋਏ ਹਨ ਤੇ ਭਰਮਾ ਕੇ ਦੁਸ਼ਮਣ ਦੀ ਛਾਤੀ 'ਚ ਧਸਾ ਦਿੰਦੇ ਹਨ। ਰੋਏ ਗੇਰ ਗੇਰ ਕੇ ਵਡੇਰੇ ਓਜ ਧਾਰ ਕੇ। ਬੜਾ ਬਲ ਧਾਰਨ ਕਰਕੇ ਭਾਈ ਧਿਆਨ ਸਿੰਘ, ਖਜਾਨ ਸਿੰਘ, ਦਾਨ ਸਿੰਘ ਨੇ ਦੁਸ਼ਮਣ ਨੂੰ ਪਰੋ ਕੇ ਸੁੱਟਿਆ। ਜਦੋਂ ਭਰ ਕੇ ਬਰਛਾ ਮਾਰਦੇ ਨੇ ਨਾ ਪਿੱਛੋਂ ਲਿਆ ਕੇ ਤੇ ਸਾਰ ਪਾਰ ਲੰਘਾ ਦਿੰਦੇ ਨੇ। ਮਨਿੰਦ ਸ਼ੇਰ ਭੀਮ ਵੈ ਸਮੂਹ ਮਾਰ ਮਾਰ ਕੇ। ਜਿਵੇਂ ਬੱਬਰ ਸ਼ੇਰ ਭਿਆਨਕ ਹੋ ਜਾਂਦਾ, ਜ਼ਖਮੀ ਸ਼ੇਰ ਹੋ ਜਾਏ ਨਾ ਤੇ ਫਿਰ ਬਹੁਤ ਖਤਰਨਾਕ ਹੋ ਜਾਂਦਾ। ਏਦਾਂ ਇਹ ਜ਼ਖਮੀ ਸ਼ੇਰਾਂ ਦੀ ਤਰ੍ਹਾਂ ਦੁਸ਼ਮਣ ਦੇ ਉੱਤੇ ਕਾਲ ਦਾ ਰੂਪ ਬਣ ਕੇ ਪੈ ਗਏ ਨੇ। ਨਿਹਾਰ ਆਏ ਸਾਮ ਹੋਏ ਅਧੀਰ ਹਾਰ ਭਜਤੇ। ਕਹਿੰਦੇ ਇਹਨਾਂ ਬੱਬਰ ਸ਼ੇਰਾਂ ਨੂੰ ਵੇਖ ਕੇ ਵੱਡੇ ਵੱਡੇ ਮੁਗਲ ਪਠਾਨ ਧੀਰਜ ਛੱਡ ਕੇ ਪਿਛਾਂ ਨੂੰ ਭੱਜਦੇ ਨੇ। ਉਹਨਾਂ ਨੂੰ ਲੱਗਦਾ ਵੀ ਹੁਣ ਸਾਡੇ ਲਾਏ ਤੇ ਅਸੀਂ ਗਏ। ਇਸ ਤਰ੍ਹਾਂ ਕਾਲ ਦਾ ਰੂਪ ਤਿੰਨਾਂ ਭਾਈ ਦਾਨ ਸਿੰਘ, ਖਜਾਨ ਸਿੰਘ ਤੇ ਧਿਆਨ ਸਿੰਘ ਨੇ ਧਾਰ ਲਿਆ ਹੈ। ਸਕੋਪ ਤੁੰਡ ਨੈਣ ਲਾਲ ਡਾਲ ਛਤਰ ਗੱਜ ਤੇ। ਕਹਿੰਦੇ ਬੜੇ ਕ੍ਰੋਧ ਦੇ ਵਿੱਚ ਚਿਹਰਾ ਲਾਲ ਸੁਰਖ ਹੋਇਆ ਹੈ ਤੇ ਸ਼ਤਰੂ ਨੂੰ ਵੇਖ ਕੇ ਚਕਾਰੇ ਗਜਾਉਂਦੇ ਹਨ, ਗੱਜਦੇ ਹਨ ਸਿੰਘ। ਦੇਖ ਲੈ ਕਿਰਪਾਨ ਆਨ ਹਾਨ ਹੇਤ ਬਾਹਤੇ। ਕਈ ਵੈਰੀ ਤਲਵਾਰਾਂ ਲੈ ਕੇ ਇਹਨਾਂ ਨੂੰ ਮਾਰਨ ਵਾਸਤੇ ਆ ਕੇ ਵਾਰ ਕਰਦੇ ਨੇ, ਕਿਉਂਕਿ ਉਹ ਵੀ ਬੜੇ ਸੂਰਮੇ ਆਪਣੇ ਆਪ ਨੂੰ ਕਹਾਉਂਦੇ ਹਨ। ਛੈਲ ਪੈਰ ਛਾਲ ਕੇ ਬਛਾਏ ਅੰਗ ਤਾਹੀਂ ਤੇ। ਕਹਿੰਦੇ ਛਾਲਾਂ ਮਾਰ ਕੇ ਸਿੰਘ ਦੁਸ਼ਮਣ ਦੇ ਵਾਰ ਨੂੰ ਖਾਲੀ ਕਰ ਦਿੰਦੇ ਨੇ ਜਾਂ ਢਾਲ ਤੇ ਰੋਕ ਲੈਂਦੇ ਨੇ। ਗੁਰੂ ਪ੍ਰਤਾਪ ਪਾਏ ਕੇ ਕਲਾਪ ਖਾਪ ਛਤਰ ਕੋ। ਤੇ ਗੁਰੂ ਦੇ ਪ੍ਰਤਾਪ ਨਾਲ ਅੱਖ ਦੇ ਫੋਰ ਚ ਦੂਜਾ ਵਾਰ ਇਹੋ ਜਿਹਾ ਕਰਦੇ ਨੇ, ਵੈਰੀ ਦੀ ਮੁੰਡੀ ਲਾ ਕੇ ਉਹ ਸੁੱਟਦੇ ਨੇ। ਬਿਰੈ ਬਸਾਲ ਸੈਨ ਜੰਗ ਠਾਨ ਤੇ ਬਚਿੱਤਰ ਕੋ। ਕਹਿੰਦੇ ਦੁਸ਼ਮਣ ਦੀ ਫੌਜ ਦੇ ਵਿੱਚ ਇਉਂ ਫਿਰਦੇ ਨੇ ਜਿਵੇਂ ਸਰੋਵਰ 'ਚ ਮਗਰਮੱਛ ਪਾਣੀ ਨੂੰ ਹਿਲਾਉਂਦਾ ਫਿਰਦਾ ਹੈ। ਬੜੇ ਵੀਰ ਰਸ ਵਿੱਚ ਆਏ ਹੋਏ ਭਾਈ ਦਾਨ ਸਿੰਘ, ਧਿਆਨ ਸਿੰਘ ਤੇ ਖਜਾਨ ਸਿੰਘ ਦੁਸ਼ਮਣ ਦੇ ਆਹੂ ਲਾਈ ਜਾਂਦੇ ਹਨ। ਕਿਤੇਕ ਮਾਸ ਭੂਖ ਖੇਦ ਢਾਰਿਓ ਮਹਾਨ ਹੀ। ਜਿਹੜਾ ਕਈ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹਿ ਕੇ ਭੁੱਖ ਦਾ ਦੁੱਖ ਕੱਟਿਆ ਹੈ, ਜਿਹੜੀਆਂ ਤਕਲੀਫਾਂ ਕੱਟੀਆਂ ਹਨ, ਉਹਨਾਂ ਨੇ ਖਾਲਸੇ ਨੂੰ ਹੋਰ ਚੜ੍ਹਦੀ ਕਲਾ ਕਰ ਦਿੱਤੀ ਹੈ। ਖਾਲਸਾ ਪੰਥ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਸਾਜਿਆ, ਜਿੰਨੀਆਂ ਮੁਸੀਬਤਾਂ ਹੁੰਦੀਆਂ ਉਹਨਾਂ ਚੜ੍ਹਦੀ ਕਲਾ 'ਚ ਹੁੰਦਾ। ਇਹਦਾ ਵਾਧਾ ਇੱਕੋ ਹੀ ਤਰੀਕੇ ਨਾਲ ਆ ਵੀ ਇਹਨੂੰ ਦੁੱਖ ਦੇਈ ਜਾਓ ਤੇ ਇਹ ਵੱਧਦਾ ਜਾਂਦਾ। ਤੇ ਇਹ ਵੀ ਮਹਾਰਾਜ ਦੀ ਖੇਡ ਹੀ ਹੈ ਵੀ ਆਉਂਦੇ 20 30 50 ਸਾਲ 'ਚ ਇੱਕ ਦੋ ਵਾਰੀ ਕਲਾ ਵਰਤ ਜਾਂਦੀ ਹੈ, ਉਹਦੇ ਨਾਲ ਫਿਰ ਪੰਥਕ ਜਜ਼ਬਾ ਉਜਾਗਰ ਹੋ ਜਾਂਦਾ ਹੈ। ਅਸੀਂ ਤਾਂ ਸਮਝਦੇ ਆ ਵੀ ਸਾਡੇ ਤੇ ਮੁਸੀਬਤ ਆ ਗਈ, ਪਰ ਖਾਲਸਾ ਉਸ ਮੁਸੀਬਤ ਨੂੰ ਸਮਝਦਾ ਵੀ ਇਹ ਸਾਡੇ ਵਧਣ ਦਾ ਸਮਾਂ ਹੈ। ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਰ ਸਵਾਏ ਹੋਏ, ਉਹ ਕਲਾ ਵਰਤ ਜਾਂਦੀ ਹੈ। ਆ ਭਾਈ ਦਾਨ ਸਿੰਘ, ਖਜਾਨ ਸਿੰਘ, ਧਿਆਨ ਸਿੰਘ ਤਿੰਨੇ ਸਿੰਘ ਲੜ ਰਹੇ ਨੇ ਦਰਵਾਜ਼ੇ ਵਾਲੇ ਪਾਸੇ ਗੜੀ ਤੋਂ ਨਿਕਲ ਕੇ। ਤੇ ਕਹਿੰਦੇ ਜਿਹੜਾ 7 ਮਹੀਨੇ ਭੁੱਖਾਂ ਦਾ ਦੁੱਖ ਕੱਟਿਆ ਨਾ, ਉਹਦਾ ਹੁਣ ਗੁੱਸਾ ਕੱਢ ਰਹੇ ਨੇ। ਰਹਿਓ ਨਾ ਹੰਸਗਾਤ ਮੈਂ ਨਾ ਮਾਸ ਸਰੋਣ ਬਾਨਹੀ। ਕਹਿੰਦੇ 7 ਮਹੀਨੇ ਦੀ ਭੁੱਖ ਨੇ ਸਰੀਰ ਦੇ ਵਿੱਚ ਲਹੂ ਦਾ ਤੁਪਕਾ ਭਾਵੇਂ ਨਹੀਂ ਰਹਿਣ ਦਿੱਤਾ, ਹੱਡੀਆਂ ਰਹਿ ਗਈਆਂ, ਮਾਸ ਸੁੱਕ ਗਿਆ,
ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖੀ ਦਾ ਜਜ਼ਬਾ ਜਿਹੜਾ ਅੰਦਰ ਵਰਤ ਰਿਹਾ ਹੈ, ਉਹ ਜਿਹੜਾ ਵੀਰ ਰਸ ਖਾਲਸੇ ਦੇ ਅੰਦਰ ਹੈ, ਉਹ ਲੜ ਰਿਹਾ ਹੈ। ਤਾਕਤ ਨਹੀਂ ਲੜਦੀ, ਇਹ ਗੁਰੂ ਦੀ ਤਾਕਤ ਲੜਦੀ ਹੈ, ਗੁਰੂ ਦੀ ਕਲਾ ਵਰਤਦੀ ਹੈ। ਉਸ ਕਲਾ ਦੇ ਨਾਲ ਸਿੰਘ ਵੈਰੀ ਦੇ ਆਹੂ ਲਾਈ ਜਾਂਦੇ ਹਨ। ਮਨਿੰਦ ਓਜ ਕੇ ਹਰੀ ਕਰੰਤ ਜੇ ਫਿਰੰਤ ਹੈ। ਜਿਵੇਂ ਬੱਬਰ ਸ਼ੇਰ ਫਿਰਦਾ ਹੈ ਨਾ ਮਿਰਗਾਂ ਦੇ ਝੁੰਡ ਵਿੱਚ, ਏਦਾਂ ਇਹ ਤਿੰਨੇ ਸੂਰਮੇ ਦੁਸ਼ਮਣ ਦੇ ਦਲਾਂ ਵਿੱਚ ਫਿਰ ਰਹੇ ਹਨ। ਕਿਰਪਾ ਕਿਰਪਾ ਨਿਧਾਨ ਕੀਜ ਜੰਤ ਹੀ ਤਰੰਤ ਹੈ। ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਕੇ ਕਿਰਪਾ ਨਿਧਾਨ ਦੀ ਕਿਰਪਾ ਨਾਲ, ਭਾਈ ਸਾਹਿਬ ਕਹਿੰਦੇ ਕਿਰਪਾ ਕਿਰਪਾ ਨਿਧਾਨ ਕੀ, ਇੱਕ ਕਿਰਪਾ ਨਿਧਾਨ ਕਲਗੀਧਰ ਦੀ ਕਿਰਪਾ ਹੀ ਜੂਝ ਰਹੀ ਹੈ। ਇਹ ਉਹਨਾਂ ਦੀ ਕਲਾ ਹੀ ਵਰਤ ਰਹੀ। ਜਿਵੇਂ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਨੇ ਮਹਾਰਾਜ 10ਵੇਂ ਪਾਤਸ਼ਾਹ ਜੀ ਨੂੰ ਆਖਿਆ ਸੀ ਨਾ, ਮਹਾਰਾਜ ਹੁਣ ਆਗਿਆ ਦਿਓ, ਹਾਥੀ ਆ ਰਿਹਾ। ਮਹਾਰਾਜ ਕਹਿੰਦੇ ਕੀ ਦਿਸਦਾ? ਕਹਿੰਦਾ ਕਟਾ ਹੀ ਦਿਸਦਾ। ਮਹਾਰਾਜ ਕਹਿੰਦੇ ਜਾ ਮਾਰ ਪਰਚਾ। ਕਹਿੰਦਾ ਮਹਾਰਾਜ ਹੁਣ ਆਪਣੇ ਵਿਖੋ ਲੜਾਈ ਨਿਜ ਕਰਨਾ ਕੀ, ਮੇਰੀ ਲੜਾਈ ਨਹੀਂ ਵੇਖਿਆ ਜੇ, ਆਪਣੀ ਕਿਰਪਾ ਦੀ ਲੜਾਈ ਵੇਖਿਆ ਜੇ। ਸੋ ਗੁਰੂ ਦੀ ਕਿਰਪਾ ਲੜ ਰਹੀ ਹੈ। ਹਜ਼ਾਰ ਹੀ ਤੋਂ ਭੰਗ ਸੰਗ ਅੰਗ ਅੰਗ ਫੋਰਤੇ। ਕਹਿੰਦੇ ਹਜ਼ਾਰਾਂ ਗੋਲੀਆਂ ਦਾਨ ਸਿੰਘ ਤੇ ਧਿਆਨ ਸਿੰਘ ਤੇ ਖਜਾਨ ਸਿੰਘ ਤੇ ਵੈਰੀ ਨੇ ਚਲਾਈਆਂ ਨੇ, ਤੇ ਸਾਰੇ ਸਰੀਰ ਦੇ ਵਿੱਚੋਂ ਛਾਨਣੀ ਹੋ ਗਏ ਨੇ ਸਰੀਰ। ਤਉ ਕਿਰਪਾਨ ਬਾਹਦੇ ਨਾ ਰਚ ਟੁੰਡ ਮੋਰਤੇ। ਫਿਰ ਵੀ ਵੈਰੀ ਦੇ ਨਾਲ ਕਿਰਪਾਨ ਵਾਂਦੇ ਹਨ, ਯੁੱਧ ਕਰਦੇ ਨੇ, ਰੰਚ ਮਾਤਰ ਵੀ ਮੂੰਹ ਪਿਛਾ ਨਹੀਂ ਕਰਦੇ। ਦੋਹਰਾ ਪੰਜ ਸਿੰਘ ਗੜ ਬੈਰਵੈ ਮਰੇ ਮਾਰ ਅਰ ਬ੍ਰਿੰਦ। ਪੰਜ ਸਿੰਘ ਇਸ ਤਰ੍ਹਾਂ ਸ਼ਹੀਦ ਹੋ ਗਏ। ਪਹਿਲਾਂ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਦੋ ਸ਼ਹੀਦ ਹੋਏ, ਤਿੰਨ ਫਿਰ ਦਾਨ ਸਿੰਘ, ਖਜਾਨ ਸਿੰਘ, ਧਿਆਨ ਸਿੰਘ, ਇਹ ਪੰਜ ਸਿੰਘ ਸ਼ਹੀਦੀ ਪਾ ਗਏ ਸਤਿਗੁਰੂ ਜੀ ਦੇ। ਬਰਨ ਚੋਬ ਬਿਲੰਦ ਪੀ ਹਮ ਇਮ ਕਰੈ ਨਿਕੰਦ। ਇਹਨਾਂ ਪੰਜਾਂ ਸਿੰਘਾਂ ਦੇ ਹੱਥ ਵੇਖ ਕੇ ਗੜੀ ਦੇ ਅੰਦਰ ਵਾਲੇ ਸਿੰਘਾਂ ਨੂੰ ਹੋਰ ਚਾਹ ਚੜ ਗਿਆ ਵੀ ਅਸੀਂ ਵੀ ਹੁਣ ਏਦਾਂ ਹੀ ਕਰਾਂਗੇ। ਗੁਰਬਾਣੀ ਵਿੱਚ ਜ਼ਿਕਰ ਹੈ, ਰਣ ਦੇਖ ਸੂਰੇ ਚਿਤ ਉਲਾਸ। ਜਦੋਂ ਜੰਗ ਦਾ ਮੈਦਾਨ ਭਖ ਜਾਂਦਾ ਨਾ, ਉਦੋਂ ਸੂਰਮਿਆਂ ਨੂੰ ਚਾਹ ਚੜ ਜਾਂਦਾ। ਉਹਨਾਂ ਦਾ ਜੀ ਕਰਦਾ ਵੀ ਹੁਣ ਅੱਗੇ ਵੱਧ ਕੇ ਤੇਗਾ ਮਾਰੀਏ। ਸੋ ਬਾਬਾ ਦਾਨ ਸਿੰਘ ਜੀ, ਧਿਆਨ ਸਿੰਘ ਜੀ, ਖਜਾਨ ਸਿੰਘ ਜਦੋਂ ਸ਼ਹੀਦ ਹੋਏ ਤੇ ਹੋਰ ਸਿੰਘਾਂ ਦਾ ਜੀ ਕੀਤਾ ਵੀ ਅਸੀਂ ਬਾਹਰ ਨਿਕਲੀਏ। ਚੌਪਾਈ ਮੋਹਕਮ ਸਿੰਘ ਸਤਹੀਰਜ ਹੋਈ। ਸਾਧ ਸੰਗਤ ਜੀ, ਹੁਣ 6ਵੇਂ ਨੰਬਰ ਤੇ ਮਹਾਨ ਧੀਰਜਵਾਨ ਗੁਰੂ ਸਾਹਿਬ ਜੀ ਦੇ ਪਿਆਰੇ ਭਾਈ ਮੋਹਕਮ ਸਿੰਘ ਜੀ। ਅੰਮ੍ਰਿਤ ਦੇਨ ਲੈਨ ਮਹਿ ਜੋਈ। ਇਹ ਭਾਈ ਮੋਹਕਮ ਸਿੰਘ ਉਹੀ ਹਨ ਜਿਹੜੇ ਅੰਮ੍ਰਿਤ ਲੈਣ ਵਿੱਚ ਤੇ ਅੰਮ੍ਰਿਤ ਦੇਣ ਵਿੱਚ, ਅੰਮ੍ਰਿਤ ਦੇਣ ਲੈਣ ਵਿੱਚ ਜੋਈ, ਜਿਨ੍ਹਾਂ ਨੇ ਸਤਿਗੁਰੂ 10ਵੇਂ ਪਾਤਸ਼ਾਹ ਕੋਲੋਂ ਅੰਮ੍ਰਿਤ ਪ੍ਰਾਪਤ ਕੀਤਾ ਪੰਜ ਪਿਆਰਿਆਂ ਨੇ। ਤੇ ਫਿਰ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਨੇ ਆਖਿਆ ਵੀ ਮੈਨੂੰ ਵੀ ਹੁਣ ਅੰਮ੍ਰਿਤ ਛਕਾਓ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਉਦੋਂ ਵੀ ਇਹੀ ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿੱਚ ਸਨ। ਆਪ ਜੀ ਨੂੰ ਨਾਮਦੇਵ ਜੀ ਦਾ ਅਵਤਾਰ ਮੰਨਿਆ ਜਾਂਦਾ ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚੋਂ ਸਨ। ਇਸ ਕਰਕੇ ਭਗਤ ਨਾਮਦੇਵ ਜੀ ਦੀ ਅੰਸ਼ ਬੰਸ ਭਗਤੀ ਕਰਕੇ ਮਹਾਨ ਪਵਿੱਤਰ ਆਤਮਾ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਨਿਤਰੇ ਹਨ। ਖੁਸ਼ੀ ਲਈ ਮੈਂ ਜਾਉ ਇਕਾਕੀ। ਤੇ ਮਹਾਰਾਜ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਹੱਥ ਜੋੜ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਹੁਣ ਖੁਸ਼ੀ ਬਖਸ਼ੋ, ਮੈਂ ਕੱਲਾ ਹੀ ਗੜੀ ਤੋਂ ਬਾਹਰ ਜਾਵਾਂਗਾ, ਨਾਲ ਕਿਸੇ ਨੂੰ ਨਹੀਂ ਲੈ ਕੇ ਜਾਣਾ। ਉਹਦਾ ਕਾਰਨ ਇਹ ਹੈ ਵੀ ਆਪ ਜੀ ਨੇ ਬਚਨ ਕੀਤਾ ਸੀ 1.25 ਲੱਖ ਸੇ ਏਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਜਦੋਂ ਮਹਾਰਾਜ ਪਟਨੇ ਸਾਹਿਬ ਤੋਂ ਆਏ ਨਾ ਸਾਧ ਸੰਗਤ ਜੀ, ਸਿੱਧੇ ਅਨੰਦਪੁਰ ਸਾਹਿਬ ਨਹੀਂ ਆਏ। ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੈ ਮਹਾਰਾਜ ਪਟਨੇ ਸਾਹਿਬ ਤੋਂ ਆ ਕੇ ਪਹਿਲਾਂ ਲਖਨੌਰ ਸਾਹਿਬ 1 ਸਾਲ ਰਹੇ ਹਨ। ਲਖਨੌਰ ਸਾਹਿਬ ਸਾਡੇ ਅੰਬਾਲੇ ਤੋਂ ਲਗਭਗ 8 ਕਿਲੋਮੀਟਰ ਦੂਰ ਇੱਕ ਬੜਾ ਪਵਿੱਤਰ ਇਤਿਹਾਸਕ ਗੁਰਦੁਆਰਾ ਹੈ। ਲਖਨੌਰ ਸਾਹਿਬ ਮਹਾਰਾਜ ਦੇ ਨਾਨਕੇ ਸਨ। ਮਾਮਾ ਜੀ ਮੇਹਰ ਚੰਦ ਜੀ ਉੱਥੇ ਰਹਿੰਦੇ ਸਨ। ਉਹਨਾਂ ਦੇ ਕੋਲ ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਜੀ ਆ ਕੇ 1 ਸਾਲ ਉੱਥੇ ਰਹੇ ਹਨ। ਉਥੋਂ ਵਿਚਰਦੇ ਹੋਏ ਆਲੇ ਦੁਆਲੇ ਭੇਵੇ ਵਾਲੇ ਪਾਸੇ ਵੀ ਚਰਨ ਪਾਏ, ਅੰਬਾਲੇ ਵਾਲੇ ਪਾਸੇ ਵੀ ਕਈ ਪਿੰਡਾਂ ਵਿੱਚ ਮਹਾਰਾਜ ਦੇ ਗੁਰਦੁਆਰੇ ਬਣੇ ਹੋਏ, ਜਿੱਥੇ ਮਹਾਰਾਜ 10ਵੇਂ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਸਨ। ਬਾਜ ਬੜਾ ਸੁੰਦਰ ਨਾਲ ਰੱਖਦੇ ਸੀ, ਸ਼ਿਕਾਰੀ ਕੁੱਤੇ ਰੱਖਦੇ ਸੀ, ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਰੋਜ਼ ਸ਼ਿਕਾਰ ਅੰਬਾਲੇ ਦੀ ਜੂਝ ਬੜਾ ਖੇਡਿਆ ਕਰਦੇ। ਇੱਕ ਦਿਨ ਸੱਚੇ ਪਾਤਸ਼ਾਹ ਲੀਲਾ ਕਰਦੇ ਕਰਦੇ ਬਾਦਸ਼ਾਹ ਦੇ ਬਾਗ ਵਿੱਚ ਆ ਉਤਰੇ। ਅੰਬਾਲੇ ਸ਼ਹਿਰ ਦੇ ਵਿੱਚ ਬਾਦਸ਼ਾਹ ਦਾ ਬਾਗ ਸੀਗਾ। ਲਾਹੌਰ ਤੋਂ ਦਿੱਲੀ ਤੇ ਦਿੱਲੀ ਤੋਂ ਲਾਹੌਰ ਜਾਂਦਾ ਹੋਇਆ ਬਾਦਸ਼ਾਹ ਜਦੋਂ ਅੰਬਾਲੇ ਰੁਕਦਾ ਸੀ, ਉਸ ਬਾਗ ਵਿੱਚ ਰੁਕਿਆ ਕਰਦਾ ਸੀ। 25 ਖੂਹ ਉਸ ਬਾਗ ਦੀ ਜ਼ਮੀਨ ਸੀਗੀ। ਇੱਕ ਖੂਹ ਨੂੰ 25 ਕਿੱਲੇ ਹੁੰਦੇ ਨੇ
ਤੇ 25 ਖੂਹਾਂ ਦੀ ਲਾ ਲਓ ਤੁਸੀਂ ਬਈ, ਕੋਈ ਸੈਂਕੜੇ ਕਿੱਲੇ ਜ਼ਮੀਨ ਸੀਗੀ, ਬਹੁਤ ਵੱਡਾ ਉਹ ਬਾਗ ਸੀ। ਉਸ ਬਾਗ ਦਾ ਉਹ ਸ਼ਾਹੀ ਬਾਗ ਕਹਿੰਦੇ ਸੀ ਉਹਨੂੰ। ਸ਼ਾਹੀ ਬਾਗ ਦੇ ਵਿੱਚ ਜਾਂ ਬਾਦਸ਼ਾਹੀ ਬਾਗ ਦੇ ਵਿੱਚ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਛੋਟੀ ਜੀ ਬਾਲ ਅਵਸਥਾ ਦੇ ਵਿੱਚ ਫੌਜਾਂ ਸਮੇਤ ਜਾ ਉਤਰੇ। ਮਾਮਾ ਕਿਰਪਾਲ ਚੰਦ ਜੀ ਵੀ ਨਾਲ ਸਨ। ਸਤਿਗੁਰੂ ਪਾਤਸ਼ਾਹ ਦਾ ਬੜਾ ਹੀ ਸੁੰਦਰ ਜਾਹੋ ਜਲਾਲ ਵਾਲਾ ਚਿਹਰਾ, ਸੁੰਦਰ ਮੁਖੜਾ, ਸੰਗਤਾਂ ਨੇ ਦਰਸ਼ਨ ਕੀਤੇ। ਤੇ ਸ਼ਹਿਰ ਦਾ ਕਾਜੀ, ਜਿਵੇਂ ਅੱਜ ਕੱਲ੍ਹ ਡਿਪਟੀ ਕਮਿਸ਼ਨਰ ਹੁੰਦਾ, ਡੀਸੀ ਹੁੰਦਾ ਨਾ, ਉਦੋਂ ਸ਼ਹਿਰ ਦਾ ਮਾਲਕ ਕਾਜੀ ਹੁੰਦਾ ਸੀਗਾ। ਕਾਜੀ ਰਾਜਨੀਤਿਕ ਲੀਡਰ ਵੀ ਹੁੰਦਾ ਸੀ, ਧਾਰਮਿਕ ਲੀਡਰ ਵੀ ਹੁੰਦਾ ਸੀ, ਤੇ ਕਾਨੂੰਨ ਵੀ ਉਹਦੇ ਹੱਥ ਵਿੱਚ ਹੁੰਦਾ ਸੀ। ਕਾਜੀ ਹੀ ਫਤਵੇ ਦਿੰਦਾ ਸੀ, ਕਾਜੀ ਹੀ ਜਜਮੈਂਟ ਦਿੰਦਾ ਸੀ ਸਾਰੀ। ਸੋ ਕਾਜੀ ਨੂਰਦੀਨ ਉੱਥੇ ਮਹਾਰਾਜ 10ਵੇਂ ਪਾਤਸ਼ਾਹ ਜੀ ਨੂੰ ਮਿਲਿਆ ਤੇ ਉਹਨੇ ਸਤਿਗੁਰਾਂ ਦਾ ਬਾਜ ਵੇਖਿਆ। ਬਾਜ ਬਾਹਲਾ ਕੀਮਤੀ, ਬਾਹਲਾ ਹੀ ਸੁੰਦਰ। ਉਹਦੇ ਮਨ 'ਚ ਬੇਈਮਾਨੀ ਆ ਗਈ ਵੀ ਇਹ ਬੱਚੇ ਜੇ ਹਨ, ਇਹਨਾਂ ਨੂੰ ਕਿਸੇ ਭੁਲੇਖੇ 'ਚ ਪਾ ਕੇ ਮੈਂ ਬਾਜ ਖੋਹ ਲਵਾਂ। ਕਹਿਣ ਲੱਗਾ, ਪੀਰ ਜੀ ਬਾਜ ਲੜਾਓਗੇ ਮੇਰੇ ਬਾਜ ਨਾਲ? ਸਤਿਗੁਰੂ ਕਹਿੰਦੇ, ਕਾਜੀ ਸਾਹਿਬ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਵੀ ਜੇ ਬਾਜ ਨਾਲ ਬਾਜ ਲੜਿਆ ਤੇ ਫਿਰ ਕੀ ਲੜਿਆ? ਬਾਜ ਵੀ ਤੇਰਾ ਵੀ ਬਾਜ ਤਾਕਤਵਰ, ਸਾਡਾ ਵੀ ਬਾਜ। ਬਾਜ ਨਾਲ ਬਾਜ ਨਹੀਂ ਲੜਾਈ ਦਾ ਹੁੰਦਾ, ਬਾਜ ਨਾਲ ਚਿੜੀਆਂ ਲੜਾਈ ਦੀਆਂ। ਉਹ ਕਹਿੰਦਾ, ਮਹਾਰਾਜ ਮਖੌਲ ਕਰਦੇ। ਮਹਾਰਾਜ ਕਹਿੰਦੇ, ਇੰਜ ਕਰ, ਸਾਡਾ ਬਾਜ ਆ, ਤੂੰ ਆਪਣੀਆਂ ਚਿੜੀਆਂ ਕੱਢ ਤੇ ਸਾਡਾ ਬਾਜ ਤੇਰੀਆਂ ਚਿੜੀਆਂ ਨਾਲ ਲੜੇ, ਫੇਰ ਗੱਲ ਬਣਦੀ ਹੈ। ਕਹਿੰਦਾ, ਮਖੌਲ ਕਰਦੇ, ਤੁਹਾਡਾ ਬਾਜ ਨਾਸ਼ਤਾ ਪਾਣੀ ਕਰਕੇ ਤੁਰ ਜਾਏਗਾ, ਮੇਰੀਆਂ ਚਿੜੀਆਂ ਖਾ ਜਾਏਗਾ। ਮਹਾਰਾਜ ਕਹਿੰਦੇ, ਫਿਰ ਏਦਾਂ ਕਰ ਵੀ ਤੂੰ ਆਪਣਾ ਬਾਜ ਕੱਢ ਤੇ ਅਸੀਂ ਆਪਣੀਆਂ ਚਿੜੀਆਂ ਕੱਢ ਦਿੰਦੇ ਆ, ਵੀ ਏਦਾਂ ਕਰ ਲੈਂਦੇ ਆ। ਉਹ ਹੈਰਾਨ ਜਿਹਾ ਹੋ ਗਿਆ। ਸ਼ਹਿਰ ਦੀ ਸੰਗਤ ਵੀ ਦੇਖ ਰਹੀ ਸੀ, ਸਾਰਾ ਸ਼ਹਿਰ ਖੜਾ ਸੀ। ਤੇ ਉਸ ਵੇਲੇ ਕਲਾਵਰਤੀ ਵੀ ਉੱਥੇ, ਇੱਕ ਜਮੋਏ ਦਾ ਬੜਾ ਵੱਡਾ ਦਰਖਤ ਸੀ। ਇੱਕ ਜਾਮਣ ਹੁੰਦਾ, ਇੱਕ ਜਮੋਇਆ ਹੁੰਦਾ, ਥੋੜਾ ਜਿਹਾ ਫਰਕ ਹੁੰਦਾ ਉਹਦੇ ਫਲ ਵਿੱਚ, ਇੱਕੋ ਜਿਹੇ ਹੁੰਦੇ ਲਗਭਗ, ਨਰ ਮਾਦਾ ਦਾ ਹੀ ਫਰਕ ਹੁੰਦਾ। ਜਮੋਏ ਦਾ ਦਰਖਤ ਸੀ। ਅਸੀਂ ਆਪ ਆਪਣੀ ਅੱਖਾਂ ਨਾਲ ਵੇਖਿਆ। ਅੱਜ ਜਿੱਥੋਂ ਅਸੀਂ ਬੈਠੇ ਆ, ਉਹ ਤੁਹਾਡੇ ਤੱਕ 10-12 ਫੁੱਟ ਦਾ ਉਹਦਾ ਤਣਾ ਸੀਗਾ। ਤੇ ਹੁਣ ਉਹ ਕਾਰ ਸੇਵਾ ਵਾਲੇ ਬਾਬਿਆਂ ਨੇ ਘੁਆੜਾ ਫੇਰਤਾ। ਤੋ ਉਹ ਨਿਸ਼ਾਨੀ ਸੀ ਮਹਾਰਾਜ ਦੀ। ਤੇ ਉਹਦੇ ਉੱਤੇ ਸਾਧ ਸੰਗਤ ਜੀ ਇੱਕ 2 ਚਿੜੀਆਂ ਬੈਠੀਆਂ ਹੋਈਆਂ। ਹਜੂਰ ਨੇ ਏਦਾਂ ਨਜ਼ਰ ਫੇਰੀ 10ਵੇਂ ਪਾਤਸ਼ਾਹ ਨੇ, ਪਤਾ ਨਹੀਂ ਕਿੰਨਾ ਕੁ ਜੋਸ਼ ਆਇਆ, ਉਹ ਚਿੜੀਆਂ ਬਾਜ ਨੂੰ ਪੈ ਗਈਆਂ। ਬਾਜ ਦਾ ਤੇ ਚਿੜੀਆਂ ਦਾ ਆਕਾਸ਼ ਵਿੱਚ ਮੁਕਾਬਲਾ ਸ਼ੁਰੂ ਹੋਇਆ। ਉੱਥੋਂ 1 ਕਿਲੋਮੀਟਰ ਦੂਰ ਜਾ ਕੇ ਬਾਜ ਦੀ ਬੋਟੀ ਖਿਲਾਰ ਦਿੱਤੀ। ਬਾਜ ਖਤਮ ਕਰਤਾ ਚਿੜੀਆਂ ਨੇ। ਜਦੋਂ ਸੱਚੇ ਪਾਤਸ਼ਾਹ ਵੀ ਤੇ ਕਾਜੀ ਵੀ ਤੇ ਸਾਰਾ ਸ਼ਹਿਰ ਵੀ ਉਸ ਖੂਹ ਤੇ ਪਹੁੰਚਿਆ ਜਿੱਥੇ ਉਹ ਬਾਜ ਮਾਰਿਆ ਸੀ। ਉੱਥੇ ਖੂਹ ਤੇ ਖੜ ਕੇ ਮਹਾਰਾਜ 10ਵੇਂ ਪਾਤਸ਼ਾਹ ਨੇ ਬਚਨ ਕੀਤਾ ਕਿ ਚਿੜੀਆਂ ਸੇ ਮੈਂ ਬਾਜ ਤੁੜਾऊं, गिदड़ों से मैं शेर बनाऊं, 1.25 लाख से एक लड़ाऊं, तब गोबिंद सिंह नाम कहाऊं। सो भाई मोहकम सिंह जी कहते महाराज ਜਿਹੜਾ ਆਪ ਜੀ ਨੇ ਬਚਨ ਕੀਤਾ ਸੀ ਨਾ ਵੀ 1.25 लाख से एक लड़ाऊं, ਉਹ ਬਚਨ ਪੂਰਾ ਤਾਂ ਹੋਵੇਗਾ ਜੇ ਮੈਂ ਕੱਲਾ ਹੀ ਗੜੀ ਤੋਂ ਬਾਹਰ ਜਾਵਾਂ। ਵਿਖੋ ਲੜਾਈ ਨਿਜ ਕਰੁਣਾ ਕੀ। ਇਹ ਮਹਾਰਾਜ ਜੰਗ ਦੇ ਵਿੱਚ ਮੈਂ ਚੱਲਿਆ, ਆਪਣੀ ਕਰੁਣਾ ਦੀ, ਆਪਣੀ ਕਿਰਪਾ ਦੀ, ਆਪਣੀ ਬਖਸ਼ਿਸ਼ ਦੀ ਲੜਾਈ ਵੇਖਿਆ ਜੀ, ਮੇਰੀ ਲੜਾਈ ਨਾ ਵੇਖਿਆ ਜੀ। ਸਾਡੇ ਵਰਗੇ ਲੋਕਾਂ ਦੀ ਬੋਲੀ ਤੇ ਗੁਰਮੁਖਾਂ ਦੀ ਬੋਲੀ 'ਚ ਫਰਕ ਹੁੰਦਾ। ਅਸੀਂ ਕੋਈ ਕੰਮ ਕਹਿੰਦੇ ਮੈਂ ਕਰ ਦਿਆਂਗਾ, ਉਹ ਕਹਿੰਦੇ ਮਹਾਰਾਜ ਆਪ ਜੀ ਕਰਾਓਗੇ, ਆਪ ਹੀ ਕਰੋਗੇ। ਭਾਈ ਮੋਹਕਮ ਸਿੰਘ ਕਹਿੰਦੇ ਮਹਾਰਾਜ ਜੰਗ ਵੇਖੋ ਤੇ ਆਪਣੀ ਕਿਰਪਾ ਦਾ ਜੰਗ ਵੇਖੋ। ਹੁਕਮ ਕਰਿਓ ਗੁਰ ਸਾਹਿਬ ਪੂਰੇ। ਸਤਿਗੁਰੂ 10ਵੇਂ ਪਾਤਸ਼ਾਹ ਭਾਈ ਮੋਹਕਮ ਸਿੰਘ ਸਾਹਿਬ ਜੀ ਨੂੰ ਜੰਗ ਵਿੱਚ ਜਾਣ ਦਾ ਕੱਲਿਆਂ ਹੀ ਹੁਕਮ ਦੇ ਦਿੱਤਾ। 3 ਲੱਖ ਸੋ ਇੱਕ ਸਿੰਘ ਸੂਰੇ। ਕਹਿਣ ਲੱਗੇ ਸਾਡਾ ਬਚਨ ਇਹੀ ਸੀ ਵੀ ਕੱਲਾ ਹੀ ਸਿੰਘ ਲੱਖਾਂ ਨਾਲ ਲੜਿਆ ਕਰੇਗਾ। ਸਾਚ ਬਚਨ ਅਬ ਕਰ ਦਿਖਰਾਵੋ। ਜਾਓ ਭਾਈ ਮੋਹਕਮ ਸਿੰਘ ਜੀ, ਸਾਡਾ ਉਹ ਵਚਨ ਸੱਚਾ ਕਰ ਵਿਖਾਓ। ਬੇਈਮਾਨ ਗਨ ਮਾਰ ਗਿਰਾਵੋ। ਜਿਹੜੇ ਬੇਈਮਾਨ ਹੋ ਗਏ ਨੇ, ਜਿਨ੍ਹਾਂ ਨੇ ਆਪਣਾ ਧਰਮ ਈਮਾਨ ਛੱਡ ਕੇ ਝੂਠੀਆਂ ਕਸਮਾਂ ਕੁਰਾਨ ਦੀਆਂ ਖਾ ਕੇ ਮੁੱਕਰ ਗਏ ਨੇ, ਜਿਹੜੇ ਗਊਆਂ ਦੀਆਂ ਗੀਤਾਂ ਦੀਆਂ ਕਸਮਾਂ ਖਾ ਕੇ ਮੁੱਕਰ ਗਏ ਨੇ, ਇਹਨਾਂ ਬੇਈਮਾਨਾਂ ਦੇ ਸੱਥਰ ਲਾ ਦਿਓ, ਇਹਨਾਂ ਦੇ ਢਿੱਡ ਧਾੜ ਤੇ ਸਿਰਾਂ ਦੀਆਂ ਬਾਜੀਆਂ ਲਾ ਦਿਓ। ਸੁਨਤ ਹੁਕਮ ਕੋ ਵਹਿਰ ਸਿਧਾਰਾ। ਮਹਾਰਾਜ 10ਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਮਹਾਂ ਸੂਰਬੀਰ ਬਹਾਦਰ ਯੋਧਾ ਭਾਈ ਮੋਹਕਮ ਸਿੰਘ ਚਮਕੌਰ ਦੀ ਗੜੀ ਚੋਂ ਬਾਹਰ ਨਿਕਲਿਆ। ਬਚੈ ਲੋਹ ਸੋ ਲੋਹ ਕਰਾਰਾ। ਜਿੱਥੇ ਲੋਹੇ ਤੇ ਲੋਹਾ ਖੜਕ ਰਿਹਾ ਸੀ, ਢਾਲਾਂ ਤੇ ਅੱਗਾਂ ਖੜਕ ਰਹੀਆਂ ਸੀ, ਗੋਲੀਆਂ ਕਾੜ ਚੱਲ ਰਹੀਆਂ ਸੀ, ਤੀਰਾਂ ਦਾ ਮੀਂਹ ਵਸ ਰਿਹਾ ਸੀ। ਮੈਦਾਨੇ ਜੰਗ ਦੇ ਵਿੱਚ ਕੱਲਾ ਹੀ ਗੁਰੂ ਕਾ ਲਾਲ ਜਾਗ ਗੱਜਿਆ।
ਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਨਾਲ ਦੁਸ਼ਮਣਾਂ ਦੇ ਦਿਲ ਦਹਿਲਾ ਦਿੱਤੇ। ਦਲ ਮਲੇਸ਼ ਕੋ ਜਲ ਨਿਰ ਭਾਰਾ। ਕਵੀ ਰਾਜ ਜੀ ਲਿਖਦੇ ਆ ਵੀ ਮਲੇਸ਼ਾਂ ਦਾ ਦਲ ਸਮੁੰਦਰ ਦੀ ਤਰ੍ਹਾਂ ਸੀ। ਮੋਹਕਮ ਸਿੰਘ ਮਕਰਿਆ ਕਾਰਾ। ਭਾਈ ਮੋਹਕਮ ਸਿੰਘ ਜੀ ਮਗਰ ਮੱਛ ਦੀ ਤਰ੍ਹਾਂ ਜਾ ਵੜੇ ਹਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਨੇ ਬਾਬੈਰ ਤਹਾਰ ਦਮਿੰਦਾ ਨਿਹੰਗ। ਭਾਈ ਨੰਦ ਲਾਲ ਜੀ ਨੇ 10ਵੇਂ ਪਾਤਸ਼ਾਹ ਜੀ ਨੂੰ ਨਿਹੰਗ ਲਿਖਿਆ। ਅੱਜ ਕੱਲ ਕਈਆਂ ਨੂੰ ਨਿਹੰਗ ਸ਼ਬਦ ਤੋਂ ਬੜੀ ਅਲਰਜੀ ਹੋ ਜਾਂਦੀ ਹੈ ਵੀ ਇਹ ਨਿਹੰਗ ਕਿੱਥੋਂ ਆ ਗਏ, ਪਰ ਭਾਈ ਨੰਦ ਲਾਲ ਦੀ ਬਾਣੀ ਪੜ੍ਹ ਲੈਣ। ਭਾਈ ਨੰਦ ਲਾਲ ਜੀ ਨੇ 10ਵੇਂ ਪਾਤਸ਼ਾਹ ਨੂੰ ਨਿਹੰਗ ਲਿਖਿਆ ਹੈ। ਉਹ ਕਹਿੰਦੇ ਬਾਬੈਰ ਤਹਾਰ ਦਮਿੰਦਾ ਨਿਹੰਗ। ਨਿਹੰਗ ਕਹਿੰਦੇ ਮਗਰ ਮੱਛ ਨੂੰ, ਤਹਾਰਵ ਕਹਿੰਦੇ ਸਮੁੰਦਰ ਨੂੰ, ਤੇ ਕਹਿੰਦੇ ਜੰਗ ਦਾ ਸਮੁੰਦਰ। ਜੰਗ ਦੇ ਸਮੁੰਦਰ 'ਚ 10ਵੇਂ ਪਾਤਸ਼ਾਹ ਮਗਰ ਮੱਛ ਹੈ। ਜਿਵੇਂ ਮਗਰ ਮੱਛ ਪਾਣੀ ਨੂੰ ਨਹੀਂ ਹਿਲਾ ਦਿੰਦਾ, ਕਹਿੰਦੇ ਪਾਣੀ 'ਚ ਰਹਿਣਾ ਤੇ ਮਗਰ ਮੱਛ ਨਾਲ ਦੁਸ਼ਮਣੀ ਚੱਲਦੀ ਨਹੀਂ। 10ਵੇਂ ਪਾਤਸ਼ਾਹ ਮਹਾਰਾਜ ਨੇ ਆਪਣਾ ਇੱਕ ਸ਼ੇਰ ਭੇਜਿਆ, ਜਾ ਕੇ ਦੁਸ਼ਮਣ ਦੀ ਫੌਜ ਨੂੰ ਏਦਾਂ ਹਿਲਾਤਾ ਨਾ, ਏਦਾਂ ਜਿਵੇਂ ਕਹਿੰਦੇ ਸਮੁੰਦਰ ਨੂੰ ਮਗਰ ਮੱਛ ਲਾ ਦਿੰਦਾ ਹੈ। ਪਰ ਉਹ ਬੀਚ ਉਤ ਫਿਰ ਤਬੈ। ਕਹਿੰਦੇ ਜਦੋਂ ਦੁਸ਼ਮਣ ਦੇ ਦਲਾਂ 'ਚ ਮੋਹਕਮ ਸਿੰਘ ਵੜਿਆ ਘੋੜਾ ਲੈ ਕੇ, ਇੱਧਰ ਉੱਧਰ ਐਂ ਫਿਰਦਾ ਜਿਵੇਂ ਬਿਜਲੀ ਦੇ ਨਾਲ ਫਿਰਦਾ ਹੋਵੇ ਘੋੜਾ ਉਹਦਾ। ਭਲਾ ਚਲੀ ਮੈਂ ਪ੍ਰਾਪਤ ਸਬੈ। ਕਹਿੰਦੇ ਜਿੱਥੇ ਦੁਸ਼ਮਣ ਦੇ ਵਿੱਚ ਹਲਚਲ ਮਚੀ ਹੋਈ ਸੀ, ਭੱਜਦੇ ਦੌੜ ਰਹੇ ਸਨ ਘੋੜੇ, ਲਗਾਤਾਰ ਵਾਰ ਹੋ ਰਹੇ ਸਨ, ਤੇਗਾਂ ਤਲਵਾਰਾਂ ਬਰਛੀਆਂ ਖੰਡਿਆਂ ਦੇ। ਫੇਲੋ ਹੋਣ ਤਰੰਗ ਵਿਸਾਲੇ। ਕਹਿੰਦੇ ਜਦੋਂ ਸਮੁੰਦਰ ਦੇ ਵਿੱਚ ਵੜਿਆ, ਜਿਹੜੇ ਹੱਲੇ ਹੋ ਰਹੇ ਸਨ ਸਮਝੋ ਸਮੁੰਦਰ ਦੀਆਂ ਲਹਿਰਾਂ ਉਛਲ ਰਹੀਆਂ ਸਨ। ਕਵੀ ਜੀ ਲਿਖਦੇ ਹਨ ਸਿੰਘ ਮਕਰ ਕਹਿ ਗੜਕ ਉਠਾਲੇ। ਤੇ ਮਗਰ ਮੱਛ ਬਾਬਾ ਭਾਈ ਮੋਹਕਮ ਸਿੰਘ ਸਾਹਿਬ ਜੀ ਹੱਥ ਵਿੱਚ ਖੰਡਾ ਲੈ ਕੇ ਦੁਸ਼ਮਣ ਨੂੰ ਪੈ ਗਏ ਹਨ। ਪਹੁੰਚਤ ਸਨਮੁਖ ਜਿਸੇ ਬੰਗਾਰਾ। ਜਿਹਦੇ ਸਾਹਮਣੇ ਜਾ ਗਿਆ ਹੈ ਤਗੜਾ ਹੋ ਜਾ, ਬਾਬੂ ਦੀ ਤੇ ਇਹਨੇ ਦੀ ਜਾਨ ਕੱਢ ਦਿੰਦਾ ਸੀ। ਅਰਧੋ ਅਰਧ ਚੀਰ ਸੋਂਡਾਰਾ। ਤੇ ਗਰਜਦਾ ਹੀ ਨਹੀਂ ਸੀ, ਵਰਸਦਾ ਵੀ ਸੀ ਨਾਲ। ਇੱਕੋ ਵਾਰ ਦੇ ਨਾਲ ਅੱਧੋ ਅੱਧਾ ਚੀਰ ਦਿੰਦਾ ਸੀ। ਜੇ ਮੋਢੇ ਦੇ ਤੇਗ ਮਾਰਦਾ ਸੀ, ਵੱਖੀ ਥਾਣੀ ਕੱਢ ਦਿੰਦਾ ਸੀਗਾ। ਦੂਜਾ ਵਾਰ ਕਰਨ ਦੀ ਲੋੜ ਨਹੀਂ ਸੀ ਪੈਂਦੀ ਸੂਰਮੇ ਨੂੰ। ਜਿਸੇ ਉਹ ਸਿੰਘ ਮੁਖ ਭੀਮ ਵਿਸਾਲਾ। ਕਹਿੰਦੇ ਵੀਰ ਰਸ ਵਿੱਚ ਕ੍ਰੋਧ ਵਿੱਚ ਆਇਆ, ਅੱਖਾਂ ਲਾਲ ਸੁਰਖ ਹੋ ਗਈਆਂ ਸਨ ਬੱਬਰ ਸ਼ੇਰ ਭਾਈ ਮੋਹਕਮ ਸਿੰਘ ਦੀਆਂ। ਸਮੁਖ ਨਾ ਹੋਏ ਸਕੈ ਜਨ ਕਾਲਾ। ਕਹਿੰਦੇ ਕਾਲ ਦਾ ਰੂਪ ਸੀ ਭਾਈ ਮੋਹਕਮ ਸਿੰਘ, ਉਹਦੇ ਸਾਹਮਣੇ ਕੋਈ ਝਾਕ ਵੀ ਨਹੀਂ ਸੀ ਸਕਦਾ। ਸੇਲੇ ਭਾਲੇ ਸੰਗ ਪ੍ਰਹਾਰੈ। ਉਹਨੂੰ ਮਾਰਨ ਵਾਸਤੇ ਬਰਛੀਆਂ, ਨੇਜੇ, ਸੇਲੇ, ਸਾਂਗਾਂ ਦੇ ਵਾਰ ਕਰਦੇ ਸਨ। ਤੋਮਰ ਦੀਰ ਗਰਿਸ ਧਰ ਮਾਰੈ। ਬੜੇ ਬੜੇ ਵੱਡੇ ਪਰਛੇ ਗੁੱਸੇ 'ਚ ਆ ਕੇ ਮਾਰਦੇ ਸਨ ਵੀ ਇਹਨੂੰ ਮਾਰ ਲਈਏ, ਪਰ ਉਹ ਦੁਸ਼ਮਣ ਦੇ ਵਾਰ ਤੋਂ ਬੜੀ ਫੁਰਤੀ ਨਾਲ ਨਿਕਲ ਜਾਂਦਾ ਸੀ। ਫਾਂਦਤ ਸਬਨ ਬਚਾਵਤ ਘਾਵਤ। ਕਹਿੰਦੇ ਇਦਾਂ ਜਾਂਦਾ ਸੀ ਜਿਵੇਂ ਸ਼ੀਤਾ ਸ਼ਿਕਾਰ ਤੇ ਜਾਂਦਾ 20-20 ਫੁੱਟ ਦੀ ਛਾਲ ਮਾਰਦਾ ਸੀ। ਧਾਵਤ ਕਾਟਤ ਖੜਗ ਚਲਾਵਤ। ਉਹ ਦੌੜ ਦੌੜ ਕੇ ਖੰਡੇ ਦੇ ਨਾਲ, ਟੇਕ ਦੇ ਨਾਲ ਟੋਟੇ ਟੋਟੇ ਕਰੀ ਜਾਂਦਾ ਸੀ। ਜਿਤ ਦਿਸ ਜਾਤ ਸ਼ਿਗਰ ਤੇ ਦੌਰ। ਜਿੱਧਰ ਸ਼ੀਘਰਤਾ ਦੇ ਨਾਲ ਦੌੜ ਕੇ ਜਾਂਦਾ ਸੀ। ਰਿਪ ਇਤ ਉਤ ਹੋਏ ਤਿਆਕਤ ਠੌਰ। ਦੁਸ਼ਮਣ ਨੂੰ ਥਾਂ ਛੱਡ ਜਾਂਦੇ ਸੀ, ਜਦੋਂ ਵੇਖਦੇ ਸੀ ਸਾਡੇ ਨਾਲ ਆ ਰਿਹਾ, ਉਹ 5-10 ਫੁੱਟ ਐਨ ਨੂੰ ਤੇ ਐਨ ਹੋ ਜਾਂਦੇ, ਭੱਜਦੇ ਸੀ ਅੱਗੇ ਅੱਗੇ ਲੱਗ ਕੇ। ਨਿਰਪੈ ਪੀਰ ਬਾਂਕੋ ਮੁਖ ਲਾਲੀ। ਨਿਰਭੈ ਯੋਧਾ ਸੀਗਾ, ਜਿਹਦੇ ਅੰਦਰ ਸਾਧ ਸੰਗਤ ਜੀ ਭੈ ਨਾ ਹੋਵੇ ਉਹੀ ਜੰਗ ਦੇ ਮੈਦਾਨ 'ਚ ਜੂਝਦਾ। ਭੈ ਨੂੰ ਤਿਆਗ ਕੇ ਹੀ ਖੇਡ ਹੁੰਦੀ ਹੈ, ਕੋਈ ਸੌਖਾ ਕੰਮ ਤਾਂ ਹੈ ਨਹੀਂ ਸੂਰਮਿਆਂ ਦਾ। ਤੋ ਇਸੇ ਕਰਕੇ ਲਿਖਿਆ ਨਾ ਵੀ ਹਜ਼ਾਰਾਂ ਸਾਲ ਤਪੱਸਿਆ ਕਰਕੇ ਉਹ ਗੱਲ ਨਹੀਂ ਬਣਦੀ ਜਿਹੜੀ 2.5 ਪਲ ਜੰਗ ਦੇ ਮੈਦਾਨ 'ਚ ਸੂਰਮੇ ਦੀ ਬਣ ਜਾਂਦੀ ਹੈ, ਕਿਉਂਕਿ ਨਿਰਭੈ ਹੋ ਜਾਂਦਾ। ਜਦੋਂ ਨਿਰਭੈ ਹੋ ਗਿਆ ਉਦੋਂ ਪਰਮੇਸ਼ਰ ਨੂੰ ਮਿਲ ਗਿਆ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਐਸੀ ਅਵਸਥਾ ਚਿਹਰੇ ਤੇ ਲਾਲੀ ਸੀ, ਵੀਰ ਰਸ ਛਾਇਆ ਹੋਇਆ ਸੀ। ਸ਼ਮਸ਼ ਮੂਸ਼ ਦਾ ਬੰਕ ਬਿਸਾਲੀ। ਦੋਵੇਂ ਮੁੱਛਾਂ ਉਹਦਾਂ ਨੂੰ ਚੜੀਆਂ ਹੋਈਆਂ ਸਨ ਤੇ ਦਾੜਾ ਦੋਵੇਂ ਪਾਸੇ ਹਵਾ ਦੇ ਨਾਲ ਖਿਲਰਿਆ ਜਦੋਂ ਘੋੜਾ ਦੌੜਦਾ ਸੀ ਸ਼ੇਰ ਦਾ। ਰੂਪ ਭਯੰਕਰ ਜਮ ਹੈ ਮਾਨੋ। ਬੜਾ ਭਿਆਨਕ ਰੂਪ ਸੀ, ਮਾਨੋ ਜਮ ਦਾ ਹੀ ਰੂਪ ਸੀਗਾ। ਜਿਵੇਂ ਜਮ ਲੈ ਜਾਂਦਾ ਨਾ ਫੜ ਕੇ ਜੀਵਾਂ ਨੂੰ, ਉਹਦੇ ਸਾਹਮਣੇ ਕੋਈ ਵੱਡੇ ਤੋਂ ਵੱਡਾ ਪਹਿਲਵਾਨ, ਕੋਈ ਦੇਵਤਾ ਵੀ ਨਹੀਂ ਖੜ ਸਕਦਾ। ਏਦਾਂ ਭਾਈ ਮੋਹਕਮ ਸਿੰਘ ਦੇ ਸਾਹਮਣੇ 7-7 ਫੁੱਟੇ ਜਵਾਨ ਮਾਤ ਪਈ ਜਾਂਦੇ ਸਨ। ਕਰਾ ਚੋਲ ਕੈ ਦੰਡ ਪਛਾਨੋ। ਜਿਵੇਂ ਜਮ ਦੇ ਹੱਥ ਵਿੱਚ ਇੱਕ ਡੰਡਾ ਹੁੰਦਾ, ਉਹਨੂੰ ਜਮ ਦੰਡ ਕਹਿੰਦੇ ਨੇ। ਭਾਈ ਸਾਹਿਬ ਦੇ ਹੱਥ ਦਾ ਖੰਡਾ ਮਾਨੋ ਦੁਸ਼ਮਣ ਦੇ ਲਈ ਜਮ ਦਾ ਡੰਡਾ ਸੀ। ਰਿਪ ਕਨ ਮਾਰਤ ਘਾਇਲ ਹੋਵਾ। ਕਹਿੰਦੇ ਨੇ ਜਿਹਨੂੰ ਜਮ ਇੱਕ ਵਾਰੀ ਡੰਡਾ ਮਾਰ ਦੇਵੇ ਉਹ ਦੂਜਾ ਸਾਹ ਨਹੀਂ ਲੈਂਦਾ। ਇਹ ਕਹਾਵਤ ਚਲੀ ਆਉਂਦੀ ਹੈ।
ਏਦਾਂ ਬਾਬੇ ਮੋਹਕਮ ਸਿੰਘ ਦਾ ਖੰਡਾ ਇੱਕੋ ਵਾਰੀ ਕੰਮ ਕਰਦਾ ਸੀ, ਦੂਜੀ ਵਾਰੀ ਕਿਸੇ ਨੂੰ ਸਾਹ ਸੂ ਲੈਣ ਦੀ ਹਾਏ ਉਪ ਕਰਨ ਦੀ ਲੋੜ ਨਹੀਂ ਸੀ ਰਹਿੰਦੀ। ਰਿਪ ਕਨ ਮਾਰਤ ਘਾਇਲ ਹੋਵਾ, ਵੈਰੀਆਂ ਨੂੰ ਮਾਰਦਾ ਮਾਰਦਾ ਆਪ ਜ਼ਖਮੀ ਹੋਣਾ ਸ਼ੁਰੂ ਹੋ ਗਿਆ। ਗੋਲੀਆਂ, ਤੀਰ, ਬਰਛੇ, ਤਲਵਾਰਾਂ ਲੱਗੇ ਸਰੀਰ ਉੱਤੇ। ਬਹਿਓ ਰੁਦਰ ਬਹੁ ਹਰਖਤ ਜੋਵਾ, ਸਰੀਰ ਚ ਲਹੂ ਵਗਦਾ ਸੀ ਨਾ, ਜਦੋਂ ਜਿੱਥੇ ਤਲਵਾਰ ਵੱਜਦੀ ਸੀ, ਤੀਰ ਵੱਜਦਾ ਸੀ, ਬਰਛਾ ਵੱਜਦਾ ਸੀ, ਖੂਨ ਵਗਦਾ ਸੀ। ਜਦੋਂ ਖੂਨ ਵਗਦਾ ਸੀ ਆਪਣੇ ਵਗਦੇ ਖੂਨ ਨੂੰ ਵੇਖ ਕੇ ਖੁਸ਼ ਹੁੰਦਾ ਸੀ, ਆਹਾ ਮੇਰਾ ਸਰੀਰ ਪਵਿੱਤਰ ਹੋ ਰਿਹਾ। ਜਿੰਨੇ ਸਰੀਰ ਦੇ ਜ਼ਖਮ ਲੱਗਣਗੇ ਮੇਰਾ ਓਨਾ ਹੀ ਸਰੀਰ ਪਵਿੱਤਰ ਹੋਵੇਗਾ। ਹਾਂਜੀ, ਭੀਗੇ ਚੀਰ ਸ਼ਰੀਰ ਸਧੀਰ, ਮਹਾ ਧੀਰ ਜਵਾਨ ਭਾਈ ਮੋਹਕਮ ਸਿੰਘ ਦੇ ਕੱਪੜੇ ਲਹੂ ਨਾਲ ਲਿਬੜ ਗਏ, ਲਾਲੋ ਲਾਲ ਹੋ ਗਏ। ਜਿਵੇਂ ਚੰਡੀ ਦੀ ਵਾਰ ਚ ਆਉਂਦਾ ਨਾ ਕਿ ਫੁੱਲ ਖਿੜੇ ਜਨ ਬਾਗੀ, ਬਾਣੇ ਜੋਧਿਆਂ ਦੇ ਬਾਣੇ ਇਉਂ ਹੋ ਗਏ ਜਿਵੇਂ ਬਾਗਾਂ 'ਚ ਫੁੱਲ ਖਿੜੇ ਹੁੰਦੇ ਆ। ਫੁੱਲ ਖਿੜੇ ਦਾ ਭਾਵ ਵੀ ਕਿਤੇ ਇੱਥੇ ਲਾਲ ਧੱਬਾ ਲੱਗਾ, ਕਿਤੇ ਇੱਥੇ ਲੱਗਾ, ਕਿਤੇ ਚੋਲਾ ਲਿਬੜ ਗਿਆ, ਕਿਤੇ ਕੱਪੜੇ ਲਿਬੜ ਗਏ। ਏਦਾਂ ਸਾਰਾ ਸਰੀਰ ਲਹੂ ਨਾਲ ਲਿਬੜਿਆ ਹੋਇਆ ਹੈ। ਵਿਚਰਤ ਰਿਪ ਗਨ ਮਹਿ ਬਰਬੀਰ, ਕਹਿੰਦੇ ਦੁਸ਼ਮਣਾਂ ਦੇ ਦਲਾਂ ਦੇ ਵਿੱਚ ਦੌੜਿਆ ਫਿਰਦਾ ਬਰਬੀਰ ਸ੍ਰੇਸ਼ਟ ਯੋਧਾ 10ਵੇਂ ਪਾਤਸ਼ਾਹ ਦਾ। ਲਸ਼ਕਰ ਮਥਿਓ ਸਿੰਧ ਸਮ ਜਬੈ, ਜਦੋਂ ਦੁਸ਼ਮਣ ਦੀ ਫੌਜ ਨੂੰ ਏਦਾਂ ਮਧਾਣੀ ਪਾ ਕੇ ਰਿੜਕਤਾ ਜਿਵੇਂ ਸਮੁੰਦਰ ਨੂੰ ਦੇਵਤਿਆਂ ਨੇ ਰਿੜਕਿਆ ਸੀ। ਖਵਾਜਾ ਮਰਦ ਪੁਕਾਰਿਓ ਤਬੈ, ਤੇ ਖਵਾਜਾ ਮਹਿਮੂਦ ਅਲੀ, ਮਹਾਰਾਜ ਨੇ ਉਹਨੂੰ ਮਰਦੂਦ ਲਿਖਿਆ, ਵੈਸੇ ਮਾਪਿਆਂ ਨੇ ਨਾਮ ਮਹਿਮੂਦ ਲਿਖਿਆ ਰੱਖਿਆ ਸੀ। ਖਵਾਜਾ ਮਹਿਮੂਦ ਅਲੀ, ਮਹਾਰਾਜ ਨੇ ਲਿਖਿਆ ਮਰਦੂਦ, ਕਾਇਰ, ਬੁਜ਼ਦਿਲ। ਇਸ ਕਰਕੇ ਆਪਣੇ ਗ੍ਰੰਥਾਂ ਵਿੱਚ ਉਹਨੂੰ ਖਵਾਜਾ ਮਰਦੂਦ ਹੀ ਜ਼ਿਆਦਾਤਰ ਜ਼ਿਕਰ ਆਉਂਦਾ। ਖਵਾਜਾ ਮਰਦੂਦ ਬੋਲਿਆ, ਕਹਾਂ ਪਇਓ ਤੁਮ ਕੋ ਬਲਹਾਰਿਓ। ਖਵਾਜਾ ਮਰਦੂਦ ਆਪਣੀ ਫੌਜ ਨੂੰ ਕਹਿੰਦਾ, ਓਏ ਬਹਾਦਰੋ, ਗਾਜੀਓ, ਸੂਰਮਿਓ, ਜੋਧਿਓ, ਉਹ ਖਾਨੋ ਬਹਾਦਰੋ, ਕੀ ਹੋ ਗਿਆ ਤੁਹਾਡੀ ਤਾਕਤ ਨੂੰ? ਤੁਹਾਡੇ ਡੋਲਿਆਂ ਦਾ ਬਲ ਕਿੱਥੇ ਚਲਾ ਗਿਆ ਹੈ? ਇੱਕ ਸਿੰਘ ਲੱਖਨ ਨਹਿ ਮਾਰਿਓ, ਇੱਕ ਕੱਲਾ ਬੰਦਾ ਤੁਹਾਡੇ ਲੱਖਾਂ ਕੋਲੋਂ ਨਹੀਂ ਮਾਰਿਆ ਜਾਂਦਾ। ਇੱਕ ਬੰਦਾ ਤੁਹਾਨੂੰ ਲੱਖਾਂ ਨੂੰ ਅੱਗੇ ਲਾਈ ਫਿਰਦਾ, ਭੱਜੇ ਫਿਰਦੇ ਅੱਗੇ ਲੱਗ ਕੇ, ਤੁਸੀਂ ਸਾਰੇ ਨੂੰ ਮਾਰ ਕੇ ਖਤਮ ਕਰੋ। ਤੜ ਪੜ ਛਲਕ ਤੁਫੰਗਨ ਕੇਰੀ, ਤਾਂ ਫਿਰ ਇਹਨਾਂ ਨੇ ਆਪਣੀਆਂ ਬੰਦੂਕਾਂ ਦੀ ਸਿਸਤ ਲਾ ਲਾ ਕੇ ਭਾਈ ਮੋਹਕਮ ਸਿੰਘ ਦੇ ਗੋਲੀਆਂ ਦੇ ਫੈਰ ਕਰਨੇ ਸ਼ੁਰੂ ਕਰ ਦਿੱਤੇ। ਛੁੱਟੀ ਹਜ਼ਾਰੋਂ ਫਿਰ ਇੱਕ ਬੇਰੀ, ਹਜ਼ਾਰਾਂ ਬੰਦੂਕਾਂ ਇੱਕੋ ਵਾਰੀ ਚੱਲੀਆਂ ਹਨ। 20-25 ਲੱਗੀ ਤਬ ਆਏ, 20-25 ਗੋਲੀਆਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਦੇ ਸਰੀਰ 'ਚ ਆ ਵੱਜੀਆਂ ਹਨ। ਤੋਰਿਓ ਫੋਰਿਓ ਤਨ ਸਭ ਥਾਏ, ਸਾਰੇ ਸਰੀਰ ਦੇ ਅੰਗ ਅੰਗ ਮੋਹਕਮ ਸਿੰਘ ਦੇ ਤੋੜ ਫੋੜ ਸੁੱਟੇ ਹਨ। ਕੁਝ ਗੋਲੀਆਂ ਛਾਤੀ ਵਿੱਚ ਵੱਜੀਆਂ, ਕੋਈ ਬਾਹਾਂ ਵਿੱਚ, ਕੋਈ ਪੱਟਾਂ ਵਿੱਚ। ਸਾਰਾ ਸਰੀਰ ਭਾਈ ਮੋਹਕਮ ਸਿੰਘ ਦਾ ਵਿੰਨ ਕੇ ਰੱਖ ਦਿੱਤਾ ਗੋਲੀਆਂ ਦੇ ਨਾਲ। ਖਰੋ ਮਰਿਓ ਸਨਮੁਖ ਹੀ ਗਿਰਿਓ, ਤੇ ਭਾਈ ਸਾਹਿਬ ਲੜਦੇ ਲੜਦੇ ਖੜੇ ਖੜੇ ਹੀ ਸ਼ਹੀਦ ਹੋਏ ਨੇ। ਜਿੰਨਾ ਚਿਰ ਸਰੀਰ 'ਚ ਸਵਾਸ ਰਹੇ ਉਹਨਾਂ ਚਿਰ ਡਿੱਗੇ ਨਹੀਂ, ਤੇ ਫਿਰ ਸਨਮੁਖ ਡਿੱਗੇ ਨੇ। ਦੁਸ਼ਮਣ ਦੇ ਸ਼ਹੀਦੀ ਪਾਈ ਹੈ। ਗੱਜ ਕੇ ਜਕਾਰੇ ਬੁਲਾਵੇ, ਫਤਿਹ ਪਾਵੇ, ਪਿਆਰੇ ਭਾਈ ਮੋਹਕਮ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਤਨਕ ਨਾ ਮੁਰਿਓ ਵੀਰ ਰਸ ਭਰਿਓ, ਤਨਕ ਮਾਤਰ ਵੀ ਪਿੱਛੇ ਨਹੀਂ ਮੁੜਿਆ, ਵੀਰ ਰਸ ਵਿੱਚ ਭਰਿਆ। ਗੁਰੂ ਕਾ ਲਾਲ ਭਾਈ ਮੋਹਕਮ ਸਿੰਘ ਚਮਕੌਰ ਦੇ ਜੰਗ 'ਚ ਸ਼ਹੀਦੀ ਪਾ ਗਿਆ ਹੈ। ਜੁੱਧ ਬੇ ਲੋਕ ਪ੍ਰਸੰਨ ਗੁਸਾਈ, ਕਲਗੀਆਂ ਵਾਲੇ ਪਾਤਸ਼ਾਹ ਸੱਚੇ ਸਤਿਗੁਰੂ ਗੜੀ ਤੇ ਬੈਠੇ ਆਪਣੇ ਸੂਰਮੇ ਬਹਾਦਰ ਯੋਧੇ ਦਾ ਜੰਗ ਵੇਖ ਕੇ ਪ੍ਰਸੰਨ ਹੋ ਰਹੇ ਨੇ। ਨਿਜ ਸਿੱਖ ਕੀ ਕਹਿ ਅਜਕ ਵਡਾਈ, ਤੇ ਆਪਣੇ ਸਿੰਘ ਦੀ ਵਡਿਆਈ ਕਰਦੇ ਨੇ। ਸਤਿਗੁਰੂ ਆਪਣੇ ਯੋਧੇ ਭਾਈ ਮੋਹਕਮ ਸਿੰਘ ਦੀ ਤਾਰੀਫ ਕਰਦੇ ਨੇ। ਬੱਚਿਓ ਤੁਮਲ ਸੰਗਰਾਮ ਵਡੇਰਾ, ਬੜਾ ਕਮਸਾਨ ਦਾ ਯੁੱਧ ਮਚਿਆ ਹੋਇਆ ਹੈ। ਬਰਸਤ ਲੋਹਾ ਬਹੁਤ ਸਬੇਰਾ, ਬੜਾ ਲੋਹਾ ਵਸ ਰਿਹਾ ਹੈ, ਤੀਰ ਗੋਲੀਆਂ ਦਾ ਮੀਂਹ ਵਸ ਰਿਹਾ ਹੈ। ਇਮ ਮੋਹਕਮ ਸਿੰਘ ਸੁਰਗ ਪਿਆਨਾ, ਇਸ ਤਰ੍ਹਾਂ ਭਾਈ ਮੋਹਕਮ ਸਿੰਘ ਮੈਦਾਨੇ ਜੰਗ ਵਿੱਚ ਸ਼ਹੀਦੀ ਪਾ ਕੇ ਸੱਚਖੰਡ ਸਵਰਗਾਂ ਨੂੰ ਚਲੇ ਗਏ ਹਨ। ਹਿੰਮਤ ਸਿੰਘ ਸਾਹਿਬ ਸਿੰਘ ਜਵਾਨਾ, ਤਾਂ ਫਿਰ ਦੂਸਰੇ ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਦੋਵੇਂ ਜਵਾਨ। ਲਖਿਓ ਕੇ ਜ਼ੋਰ ਮਲੇਛਨ ਕੀਨਾ, ਉਹਨਾਂ ਨੇ ਵੇਖਿਆ ਵੀ ਦੁਸ਼ਮਣ ਨੇ ਜ਼ੋਰ ਪਾ ਲਿਆ, ਦੁਸ਼ਮਣ ਗੜੀ ਵੱਲ ਵਧਿਆ ਆ ਰਿਹਾ ਹੈ। ਹੁਣ ਜੰਗ ਕਰਨ ਲੈ ਹੁਕਮ ਪ੍ਰਵੀਨਾ, ਭਾਈ ਮੋਹਕਮ ਸਿੰਘ ਦੇ ਭਾਈ ਹਿੰਮਤ ਸਿੰਘ ਨੇ ਮਹਾਰਾਜ ਕੋਲੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਹੈ। ਔਰ ਅਗਾਰੀ ਰਿਪਕਨ ਆਏ, ਭਾਈ ਹਿੰਮਤ ਸਿੰਘ ਤੇ ਸਾਹਿਬ ਸਿੰਘ ਮਹਾਰਾਜ ਨੂੰ ਕਹਿੰਦੇ, ਸੱਚੇ ਪਾਤਸ਼ਾਹ ਦੁਸ਼ਮਣ ਬਹੁਤ ਦਰਵਾਜ਼ੇ ਦੇ ਨੇੜੇ ਆ ਗਿਆ ਹੈ। ਤਿਨ ਕੇ ਸਨਮੁਖ ਤੂਰਨ ਤਾਏ, ਸਾਨੂੰ ਆਗਿਆ ਬਖਸ਼ੋ। ਸਤਿਗੁਰਾਂ ਦਾ ਹੁਕਮ ਲੈ ਕੇ ਭਾਈ ਹਿੰਮਤ ਸਿੰਘ ਦੇ ਭਾਈ ਸਾਹਿਬ ਸਿੰਘ ਜੀ ਦੁਸ਼ਮਣ ਦੇ ਸਾਹਮਣੇ ਜਾ ਗੱਜੇ ਹਨ। ਮਨੋ ਕੁਲਿੰਗਨ ਗਨ ਅਵਲੋਏ,
ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਾਨੋ ਕਿ ਹਿਰਨਾਂ ਨੂੰ ਵੇਖ ਕੇ ਸਿਕਰੇ ਗਏ ਤਿਨੋਂ ਪਰ ਦੋਏ ਆ ਕਹਿੰਦੇ ਬਹੁਤ ਸਾਰੀਆਂ ਪੂੰਜਾਂ ਨੂੰ ਵੇਖ ਕੇ ਕਹਿੰਦੇ ਸ਼ਿਕਰੇ ਬਾਜ ਗਏ ਹੋਣ ਜਾਂ ਹਿਰਨਾਂ ਨੂੰ ਵੇਖ ਕੇ ਚੀਤਾ ਗਿਆ ਹੋਵੇ। ਸ਼ਿਪਰ ਖੜਗ ਦੋਨੋਂ ਹੱਥ ਧਾਰੇ ਹੱਥ ਵਿੱਚ ਢਾਲਾਂ ਤਲਵਾਰਾਂ ਫੜੀਆਂ ਭਾਈ ਹਿੰਮਤ ਸਿੰਘ ਦੇ ਭਾਈ ਸਾਹਿਬ ਸਿੰਘ ਨੇ। ਜਨਮ ਤੰਗ ਖੂਨੀ ਦੰਤਾਰੇ ਇਹ ਕਹਿੰਦੇ ਜਿਵੇਂ ਖੂਨੀ ਹਾਥੀ ਹੁੰਦੇ ਹਨ ਦੰਦਾਂ ਵਾਲੇ। ਖੇਲ ਤਕੇਲ ਪਿਛੇਲੇ ਮੇਲੇ ਇਹਨਾਂ ਨੇ ਆ ਰਹੇ ਬੜੇ ਬੜੇ ਜਵਾਨਾਂ ਪਠਾਣਾ ਮੁਗਲਾਂ ਨੂੰ ਧੱਕਾ ਲਾ ਕੇ ਪਿਛਾ ਹਟਾ ਦਿੱਤਾ ਜਿਹੜੇ ਦਰਵਾਜ਼ੇ ਵੱਲ ਵਧੇ ਆਉਂਦੇ ਸਨ। ਜਨ ਖੇਲਤ ਹੈ ਫਾਗ ਸੁਹੇਲੇ ਏਦਾਂ ਲੱਗਦਾ ਜਿਵੇਂ ਫਾਗ ਹੋਲੀ ਖੇਡਦੇ ਹੋਣ ਖੂਨ ਦੀ ਹੋਲੀ ਖੇਡ ਰਹੇ ਹਨ। ਦਲ ਮਲੇਸ਼ ਕੋ ਬਿਸਮਿਓ ਮਨ ਮੈਂ ਦੁਸ਼ਮਣ ਦਾ ਦਲ ਬੜੇ ਬੜੇ ਅਫਸਰ ਬੜੇ ਬੜੇ ਜਰਨੈਲ ਵੱਡੇ ਵੱਡੇ ਅਫਸਰ ਮੂੰਹ ਉਂਗਲਾਂ ਪਾ ਕੇ ਵੇਖ ਰਹੇ ਸਨ ਤੇ ਹੈਰਾਨ ਹੋ ਰਹੇ ਸਨ। ਯਾ ਖੁਦਾਈ ਕਿਆ ਪੋਰਖ ਇਨ ਮੈਂ ਕਹਿੰਦੇ ਯਾ ਅੱਲਾ ਯਾ ਖੁਦਾ ਤੋਬਾ 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 ਤੋਬਾ। ਇਤਨਾ ਬਲ ਕਿੱਥੋਂ ਆ ਰਿਹਾ ਇਹਨਾਂ ਵਿੱਚ, ਇੰਨੀ ਸ਼ਕਤੀ ਇਹਨਾਂ ਵਿੱਚ, ਇਹ ਕਿਹੜੀ ਮਿੱਟੀ ਦੇ ਬਣੇ ਹੋਏ ਹਨ। ਲੱਛਣ ਮੈਂ ਪ੍ਰਵੇਸ਼ ਇਕ ਲਰੈ ਲੱਖਾਂ ਵਿੱਚ ਵੜ ਕੇ ਕੱਲਾ ਹੀ ਲੜੀ ਜਾਂਦਾ ਹੈ। ਮਰਨ ਤਰਾਸ ਕੋ ਕਿਉਂ ਨਾ ਧਰੈ ਇਹ ਮੌਤ ਦਾ ਡਰ ਰੱਤੀ ਮਾਤਰ ਵੀ ਨਹੀਂ ਰੱਖਦੇ, ਇਹ ਮੌਤ ਨੂੰ ਮਖੌਲਾ ਕਰਦੇ ਹਨ। ਜਨ ਤੈ ਗ੍ਰਾਹ ਲਹਿਲਾਵਤ ਜਲ ਕੋ ਜਿਵੇਂ ਦੋ ਮਗਰ ਮੱਛ ਸਮੁੰਦਰ ਨੂੰ ਹਿਲਾਉਂਦੇ ਹੋਣ। ਤਿਮ ਦੋਨੋਂ ਪੇਲਤ ਖਲ ਦਲ ਕੋ ਇਦਾਂ ਭਾਈ ਹਿੰਮਤ ਸਿੰਘ ਤੇ ਸਾਹਿਬ ਸਿੰਘ ਦੁਸ਼ਮਣ ਦੇ ਦਲ ਨੂੰ ਪੇਲੀ ਜਾਂਦੇ, ਭਾਵ ਉਲਟਾ ਉਲਟਾ ਕੇ ਸੱਟਦੇ ਹਨ। ਚੀਰਤ ਅੰਗ ਚਲਾਏ ਕਿਰਪਾਨਾ ਜਦੋਂ ਤਲਵਾਰ ਮਾਰਦੇ ਨੇ ਸਾਫ਼ ਲੰਘ ਜਾਂਦੀ, ਇੱਕੋ ਵਾਰ ਦੇ ਨਾਲ ਝੜਕ ਸੁੱਟਦੇ ਨੇ। ਰਿਪ ਕੋ ਵਾਰ ਸਿਪਰ ਅਗਵਾਨਾ ਆ ਦੁਸ਼ਮਣ ਦੇ ਵਾਰ ਨੂੰ ਆਪਣੀ ਢਾਲ ਤੇ ਰੋਕ ਲੈਂਦੇ ਨੇ। ਕਰ ਚੰਚਲਤਾ ਪੀਰ ਬਿਸਾਲੇ ਇਹ ਬੜੇ ਸੂਰਮੇ ਨੇ ਭਾਈ ਹਿੰਮਤ ਸਿੰਘ ਦੇ ਭਾਈ ਸਾਹਿਬ ਸਿੰਘ, ਬੜੀ ਫੁਰਤੀ ਨਾਲ ਲੜਦੇ ਨੇ, ਇਹਨਾਂ ਦਾ ਪੈਰ ਜ਼ਮੀਨ ਤੇ ਨਹੀਂ ਲੱਗਦਾ। ਇਹਦੇ ਉਤ ਵਿਚਰਤ ਬਨ ਮਤਵਾਲੇ ਜਿਵੇਂ ਮਸਤੇ ਹਾਥੀ ਹੁੰਦੇ ਨੇ ਏਦਾਂ ਮਤਵਾਲੇ ਹੋ ਕੇ ਵਿਚਰਦੇ ਨੇ ਜੰਗ ਦੇ ਮੈਦਾਨ ਵਿੱਚ। ਮਾਰ ਮਾਰ ਅੰਬਾਰ ਲਗਾਏ ਮਾਰ ਮਾਰ ਕੇ ਵੈਰੀਆਂ ਦੇ ਢੇਰ ਲਾਤੇ, ਅੰਬਾਰ ਲਾਤੇ ਲਾਸ਼ਾਂ ਦੇ। ਸਿਰ ਧਰ ਕਰ ਖਾਪਾਗ ਧਰ ਬਿਖਰਾਏ ਕਿਤੇ ਸਿਰ ਵੱਡੇ ਪਏ ਨੇ, ਕਿਤੇ ਲੱਤਾਂ, ਕਿਤੇ ਬਾਹਾਂ, ਕਿਤੇ ਉਂਗਲੀਆਂ ਵੱਡੀਆਂ ਪਈਆਂ ਨੇ। ਅੰਗ ਦੁਸ਼ਮਣਾਂ ਦੇ ਖਿਲਰੇ ਪਏ ਨੇ ਮੈਦਾਨੇ ਜੰਗ ਵਿੱਚ। ਇੰਦਕ ਦੀਰਗ ਸੇ ਸਿਰ ਪਰੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੱਡੀਆਂ ਗੇਂਦਾਂ ਵਰਗੇ ਜਿਵੇਂ ਬੌਲਾਂ ਹੁੰਦੀਆਂ ਨੇ ਨਾ, ਗੇਂਦਾਂ ਹੁੰਦੀਆਂ ਨੇ ਵੱਡੀਆਂ ਵੱਡੀਆਂ, ਏਦਾਂ ਦੇ ਸਿਰ ਪਏ ਨੇ ਦੁਹਾਣਿਆਂ ਵਰਗੇ। ਕਰ ਪੱਗ ਕੱਟ ਡੰਡੇ ਗਨ ਕਰੇ ਤੇ ਜਿਹੜੇ ਹੱਥ ਪੈਰ ਵੱਡੇ ਪਏ ਨੇ ਮਾਨੋ ਹਾਕੀਆਂ ਪਈਆਂ ਨੇ, ਡੰਡੇ ਪਏ ਨੇ ਜਿਵੇਂ ਖਿਦੋਂ ਖੇਡ ਖੇਡਦੇ ਨਾ ਹਾਕੀ ਦੇ ਨਾਲ। ਕਹਿੰਦੇ ਸਿਰ ਤਾਂ ਪਏ ਨੇ ਗੇਂਦਾਂ ਦੀ ਤਰ੍ਹਾਂ ਤੇ ਬਾਹਾਂ ਪਈਆਂ ਨੇ ਹਾਕੀਆਂ ਦੀਆਂ ਤਰ੍ਹਾਂ। ਲੱਤ ਬਹਾਦਰ ਦੋਨੋਂ ਅਰੇ ਦੋਵੇਂ ਬਹਾਦਰ ਭਾਈ ਹਿੰਮਤ ਸਿੰਘ ਤੇ ਸਾਹਿਬ ਸਿੰਘ ਦੁਸ਼ਮਣ ਦੀ 10 ਲੱਖ ਫੌਜ ਦੇ ਸਾਹਮਣੇ ਛਾਤੀਆਂ ਢਾਹ ਕੇ ਅੜ ਗਏ ਨੇ। ਨਿਕਸੇ ਤਨ ਲੈ ਪ੍ਰਾਨ ਨਾ ਜਬ ਲੋ ਜਿੰਨਾ ਚਿਰ ਇਹਨਾਂ ਦੋਵਾਂ ਪਿਆਰਿਆਂ ਦੇ ਸਰੀਰ ਵਿੱਚੋਂ ਪ੍ਰਾਣ ਨਹੀਂ ਨਿਕਲੇ, ਜਿੰਨਾ ਚਿਰ ਸਵਾਸਾਂ ਦੀ ਪੂੰਜੀ ਸੰਪੂਰਨ ਨਹੀਂ ਹੋਈ, ਰਿਪ ਗਨ ਕੋ ਸੰਘਾਰੈ ਤਬ ਲੋ ਉਹਨਾਂ ਚਿਰ ਵੈਰੀ ਨੂੰ ਮਾਰਦੇ ਰਹੇ ਨੇ, ਵੈਰੀ ਨਾਲ ਜੂਝਦੇ ਰਹੇ ਨੇ। ਹੋਏ ਸ਼ਹੀਦ ਪਸਰਾਇਆ ਮੈਂ ਜਦੋਂ ਸ਼ਹੀਦੀਆਂ ਪਾਉਂਦੇ ਨੇ ਇਹਨਾਂ ਨੂੰ ਲੈਣ ਵਾਸਤੇ ਸਵਰਗ ਦੀਆਂ ਪਸ਼ਰਾਵਾਂ ਮਨਮੋਹਣੀਆਂ ਇੰਦਰ ਦੀਆਂ ਜਿਹੜੇ ਦਰਬਾਰ ਵਿੱਚ ਨਿਰਤ ਨਾਚ ਕਰਦੀਆਂ ਨੇ। ਆ ਸਾਧ ਸੰਗਤ ਜੀ ਮੇਰੇ ਸਤਿਗੁਰਾਂ ਦੀ ਬਾਣੀ ਚੋਂ ਜੋ ਵਚਨ ਆਏ ਨੇ ਕਵੀ ਜੀ ਉਹ ਲਿਖ ਰਹੇ ਨੇ। ਹਾ ਹਾ ਹੂ ਹੂ ਗੰਧਰਵ ਅਪਸਰਾ ਅਨੰਦ ਮੰਗਲ ਧੁਨ ਗਾਵਣੀ ਨੀਕੀ, ਪ੍ਰਿਆ ਕੀ ਸੋਭ ਸੁਹਾਵਣੀ ਨੀਕੀ। ਸੋ ਅਪਸਰਾ ਲਾੜਾ ਵੇਖਣ ਲਾੜੀਆਂ ਚੌਗਿਰਦੇ ਹੋਈਆਂ। ਚੰਡੀ ਦੀ ਵਾਰ ਚਾਹੁੰਦਾ ਨਾ ਵੀ ਲਾੜਾ ਵੇਖਣ ਲਾੜੀਆਂ ਚੌਗਿਰਦੇ ਹੋਈਆਂ। ਉਹ ਸਵਰਗ ਦੀਆਂ ਅਪਸਰਾਂ ਆਈਆਂ ਨੇ ਵਰਨ ਵਾਸਤੇ। ਉਹ ਕਹਿੰਦੀਆਂ ਹਿੰਮਤ ਸਿੰਘ ਨੂੰ ਮੈਂ ਲੈ ਕੇ ਜਾਉਂ, ਦੂਜੀ ਕਹਿੰਦੀ ਨਾ ਇਹਦੇ ਮੇਰੇ ਯੋਗ ਹੈ। ਇਸ ਤਰ੍ਹਾਂ ਆਪਸ ਚ ਲੜਦੀਆਂ ਨੇ, ਝਗੜਦੀਆਂ ਨੇ। ਕਹਿ ਕਹਿ ਸਿੰਘ ਵਿਵਾਨ ਚੜਾਵੇ ਤੇ ਉਹ ਵਿਵਾਨ ਲੈ ਕੇ ਆਈਆਂ ਨੇ ਸਵਰਗ ਤੋਂ ਦੇਵਤੇ। ਕਹਿੰਦੇ ਖਾਲਸਾ ਜੀ ਇਹਦੇ ਵਿੱਚ ਬੈਠੋ ਤੇ ਸੱਚਖੰਡ ਨੂੰ ਚੱਲੋ। ਪਰ ਉਹ ਕਹਿੰਦੇ ਠਹਿਰ ਜਾਓ, ਅਸੀਂ 10 ਮਿੰਟ ਜਰਾ ਹੋਰ ਲੜ ਲਈਏ। ਰਿਪਤ ਨਾਰਨ ਤੇਰੇ ਪਗਨ ਹੇਰੈ ਕਹਿੰਦੇ ਉਹ ਪਸਰਾਵਾਂ ਲੈਣ ਆਈਆਂ ਸਵਰਗ ਤੋਂ ਸੂਰਮਿਆਂ ਨੂੰ।
ਤੇ ਉਹ ਅਜੇ ਜੰਗ ਕਰਨਾ ਚਾਹੁੰਦੇ ਨੇ, ਉਹ ਅਜੇ ਹੋਰ ਜੂਝਣਾ ਚਾਹੁੰਦੇ ਨੇ, ਉਹ ਜੰਗ ਕਰਕੇ ਰੱਜੇ ਨਹੀਂ ਹਨ। ਅੱਜ ਵਿਵਾਨ ਮਾਰੈ ਤਿਸ ਬੇਰੈ, ਉਹ ਵਿਮਾਨ ਵਿੱਚੋਂ ਛਾਲ ਮਾਰ ਕੇ ਫਿਰ ਥੱਲੇ ਆ ਜਾਂਦੇ ਨੇ। ਅਪਸਰਾਵਾਂ ਉਹਨਾਂ ਨੂੰ ਵਿਮਾਨ 'ਚ ਬਿਠਾਉਂਦੀਆਂ ਨੇ, ਉਹ ਮਾਰ ਕੇ ਛਾਲ ਵਿਮਾਨ ਤੋਂ ਫਿਰ ਦੁਸ਼ਮਣ ਨਾਲ ਦੋ ਦੋ ਹੱਥ ਕਰਦੇ ਨੇ, ਪੰਜਾਂ ਸੱਤਾਂ ਨੂੰ ਫੇਰ ਸਮੇਟ ਦਿੰਦੇ ਨੇ। ਧੁੰਦ ਬਚੋ ਦਿਸ ਬਜੈ ਜੁਝਾਊ, ਚਾਰੇ ਪਾਸੇ ਬੜੇ ਨਗਾਰੇ ਵੱਜ ਰਹੇ ਨੇ, ਜੁਝਾਊ ਬਾਜੇ ਵੱਜ ਰਹੇ ਨੇ, ਰਣ ਸਿੰਘੇ ਵੱਜ ਰਹੇ ਨੇ। ਜਿਵੇਂ ਮਹਾਰਾਜ ਨੇ ਲਿਖਿਆ ਨਾ, ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖਸ਼ ਰਣੋਂ ਨਾ ਭੱਜਣ, ਰੋਹੇ ਰੋਹਲੇ ਸ਼ੀਹਾਂ ਵਾਂਗੂ ਗੱਜਣ ਸਭੇ ਸੂਰਮੇ। ਏਦਾਂ ਸੂਰਮੇ ਗੱਜ ਰਹੇ ਨੇ। ਸੁਨ ਸੁਨ ਵੀਰਨ ਕੇ ਜਿਤ ਚਾਊ, ਉਹ ਨਗਾਰਿਆਂ ਦੀ ਜਦੋਂ ਗਰਜ ਹੁੰਦੀ ਆ, ਡੋਲੇ ਫਰਕਦੇ ਨੇ, ਸੂਰਮਿਆਂ ਨੂੰ ਚਾਹ ਚੜਦਾ ਹੈ। ਕਹਾਂ ਸਿੰਘ ਅਵਸਰ ਆਛੋ, ਤੇ ਸਿੰਘ ਆਪਸ ਚ ਗੱਲਾਂ ਕਰਦੇ ਨੇ। ਇਹ ਬੜਾ ਸੋਹਣਾ ਮੌਕਾ ਗੁਰੂ ਨੇ ਸਾਨੂੰ ਦਿੱਤਾ ਹੈ। ਇਹੋ ਜਿਹਾ ਸਮਾਂ ਦਾ ਉਡੀਕਦੇ ਸੀ ਵੀ ਜਬ ਆਵ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ, ਛਤਰੀ ਕੋ ਪੂਤ ਹੋ ਬਾਹਮਣ ਕੋ ਨੈ, ਕਹਿ ਤਪ ਆਵਤ ਹੈ ਜੋ ਕਰੋ। ਇਹ ਜਿਹੜਾ ਸੂਰਮਿਆਂ ਦਾ ਯੋਧਿਆਂ ਦਾ ਕੰਮ ਹੈ, ਮਹਾਰਾਜ ਨੇ ਬਾਣੀ 'ਚ ਲਿਖਿਆ ਨਾ, ਜੂਝ ਵੋ ਕਾਮ ਹੈ ਛਤਰਨ ਕੋ, ਕਛ ਜੋਗਨ ਕੋ ਨਹੀਂ ਕਾਮ ਲੜਾਈ। ਕਹਿੰਦੇ ਸੂਰਮਿਆਂ ਦਾ ਕੰਮ ਹੈ, ਜੋਗੀਆਂ ਦਾ ਨਹੀਂ। ਤੋ ਇਹ ਸੂਰਮੇ ਅੱਜ ਆਪਣੇ ਮੈਦਾਨ ਜੰਗ ਵਿੱਚ ਆਪਣਾ ਰੰਗ ਵਿਖਾ ਰਹੇ ਨੇ। ਮਾੜੋ ਕਰਤੇ ਬਾਹਰ ਗਾਛੋ, ਆਪਸ ਵਿੱਚ ਗੜੀ ਦੇ ਵਿਚਕਾਰ ਜਿਹੜੇ ਸਿੰਘ ਨੇ ਉਹ ਗੱਲਾਂ ਕਰਦੇ ਨੇ। ਖਾਲਸਾ ਜੀ, ਅੱਜ ਬੜਾ ਸੋਹਣਾ ਮੌਕਾ ਮਿਲਿਆ, ਸਤਿਗੁਰੂ ਸਾਹਿਬ 10ਵੇਂ ਪਾਤਸ਼ਾਹ ਦੇ ਨੇਤਰਾਂ ਦੇ ਸਾਹਮਣੇ ਲੜ ਕੇ ਜੂਝੀਏ ਤੇ ਸ਼ਹੀਦੀਆਂ ਪਾਈਏ। ਇਹਨਾਂ ਨਿਮਕ ਹਰਾਮੀ ਵੈਰੀਆਂ ਨੂੰ ਮਾਰ ਮਾਰ ਕੇ ਉਹਨਾਂ ਦੇ ਸੱਥਰ ਲਾ ਦਈਏ। ਗੁਰੂ ਹਜ਼ੂਰ ਨਿਰਜਨਮ ਸੁਧਾਰੋ, ਸਤਿਗੁਰੂ ਜੀ ਦੇ ਸਨਮੁਖ ਰਹਿ ਕੇ ਆਪਣਾ ਜਨਮ ਸੁਧਾਰ ਲਈਏ, ਕਿਉਂਕਿ ਇਹ ਜਨਮ ਬਾਰ-ਬਾਰ ਨਹੀਂ ਮਿਲਦਾ। ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰਨ ਬਾਰ, ਜਿਉ ਬਨ ਫਲ ਪਾਕੇ ਭੁਇਗ ਰਹਿ, ਬੋਰ ਨਾ ਲਾਗੈ ਡਾਰ। ਇਹ ਜਿਹੜਾ ਜਨਮ ਮਿਲਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਬਾਜਾਂ ਵਾਲੇ ਹਜੂਰ ਦੇ ਸਨਮੁਖ ਰਹਿ ਕੇ ਸਫਰ ਕਰ ਲਈਏ। ਖੜਗ ਨਿਕਾਰੋ ਰਿਪਕਰ ਮਾਰੋ, ਸਿੰਘੋ ਤੇਗਾ ਧੂਲੋ ਮਿਆਨ ਚੋਂ ਤੇ ਵੈਰੀ ਨੂੰ ਟੋਟੇ ਟੋਟੇ ਕਰ ਦਿਓ। ਅੱਜ ਇੱਕ ਕਟਮਾ ਕਟਕਾ ਮੈਂ ਲਾਭ ਵਿਸਾਲੇ, ਆਪਸ ਵਿੱਚ ਸਿੰਘ ਗੱਲਾਂ ਕਰਦੇ ਨੇ। ਸਿੰਘ ਬੜੇ ਰਸੀਏ ਸਨ ਬਾਣੀ ਦੇ, ਵੀਰ ਰਸ, ਸ਼ਾਂਤ ਰਸ, ਕਰੁਣਾ ਰਸ, ਸਾਰੇ ਹੀ ਰਸ ਖਾਲਸੇ 'ਚ ਪਾਏ ਹੋਏ ਨੇ ਮਹਾਰਾਜ ਨੇ। ਭਗਤੀ ਰਸ, ਤੇ ਉਹ ਗੁਰੂ ਦੀ ਭਗਤੀ ਸੀ ਵੀ ਗੁਰੂ ਦੇ ਸਾਹਮਣੇ ਜੂਝਣਾ ਚਾਹੁੰਦੇ ਸਨ। ਵੀਰ ਰਸ ਸੀ ਵੀ ਉਹ ਜੂਝ ਕੇ ਮਰਨਾ ਚਾਹੁੰਦੇ ਸਨ। ਤੋ ਕਹਿੰਦੇ ਵੀ ਇੱਕ ਘਟਕਾ ਮੈਂ ਲਾਭ ਵਿਸਾਲੇ, ਇੱਕ ਘੜੀ ਵਿੱਚ ਇੰਨਾ ਲਾਭ ਮਿਲ ਜਾਣਾ। ਕਈ ਯੁੱਗ ਤਪੱਸਿਆ ਕਰੀਏ ਨਾ ਤੇ ਅਖੀਰਲੇ ਸਮੇਂ ਗੁਰੂ ਦੇ ਸਾਹਮਣੇ ਹੋਈਏ, ਇਹ ਨਹੀਂ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਖੀਰਲੇ ਸਮੇਂ ਕੋਈ ਗੱਲ ਤਾਂ ਅਖੀਰਲੇ ਸਵਾਸ ਤੇ ਬਣਨੀ। ਜਦੋਂ ਇਹ ਸਰੀਰ ਚੋਂ ਅਖੀਰਲਾ ਸਵਾਸ ਨਿਕਲਣਾ, ਉਦੋਂ ਸਾਡੀ ਸੁਰਤ ਕਿੱਥੇ ਹੋਵੇਗੀ? ਬਸ ਕੰਮ ਤੇ ਉਹਦਾ। ਜੇ ਤੇ ਉਹ ਪਾਪੀ ਬੰਦਾ ਹੋਵੇ, ਸਾਰੀ ਉਮਰ ਨੇ ਪਾਪ ਹੀ ਕੀਤੇ ਹੋਣ, ਤੇ ਅਖੀਰਲੇ ਸਵਾਸ ਤੇ ਉਹਨੂੰ ਪਰਮੇਸ਼ਰ ਚੇਤੇ ਆ ਜਾਵੇ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਸਾਰੀ ਉਮਰ ਪੁੰਨ ਹੀ ਕੀਤੇ ਹੋਣ, ਪਾਪ ਕੋਈ ਨਾ ਕੀਤਾ ਹੋਵੇ, ਚੰਗੇ ਦਾਨ ਪੁੰਨ ਜਪ ਤਪ ਪੂਜਾ ਪਾਠ ਬੜਾ ਕੀਤਾ ਹੋਵੇ, ਅਖੀਰਲੇ ਸਮੇਂ ਬਿਰਤੀ ਕਿਤੇ ਸੰਸਾਰ ਵਿੱਚ ਚਲੀ ਜਾਵੇ, ਉਧਰ ਹੀ ਜਾ ਵੜਨਾ। ਫਿਰ ਜਿੱਧਰ ਬਿਰਤੀ ਜਿੱਤ ਲਾਗੋ ਮਨ ਵਾਸਨਾ, ਅੰਤ ਸਾਈ ਪ੍ਰਗਟਾਨੀ, ਉਹ ਪ੍ਰਗਟ ਹੋ ਜਾਣੀ ਉਧਰ ਫਿਰ ਅਗਾਂਹ ਦੀ ਗਾਂਹ। ਸੋ ਇਸ ਪ੍ਰਕਾਰ ਨਾਲ ਉਹਨਾਂ ਸਿੰਘਾਂ ਦੀ ਇੱਛਾ ਹੈ ਵੀ ਗੁਰੂ ਦੇ ਸਾਹਮਣੇ ਅੱਜ ਇੱਕ ਘੜੀ ਵਿੱਚ ਹੀ ਸੱਚਖੰਡ ਦੇ ਦਰਵਾਜ਼ੇ ਖੁੱਲ ਜਾਣੇ ਸਾਡੇ ਵਾਸਤੇ। ਲੱਖੋ ਬਰਖ ਜਥਾ ਤਪ ਕਾਲੇ, ਜਥਾ ਜਿਵੇਂ ਲੱਖਾਂ ਸਾਲ ਕੋਈ ਤਪ ਕਰੇ, ਪ੍ਰਿਥੀਦਾਰ ਅਸਮੇਧ ਕਰਨ ਕੋ, ਜਾਂ ਕੋਈ ਬਹੁਤ ਧਰਤੀ ਦਾਨ ਕਰੇ, ਅਸਮੇਧ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ। ਕਹਿੰਦੇ ਬਹੁਤ ਪ੍ਰਕਾਰ ਦਾ ਦਾਨ ਕਰੇ, 10 ਫਲ ਗੁਰ ਢਿਗ ਜੰਗ ਲੜਨ ਕੋ, ਉਹ ਫਲ ਜਿਹੜਾ ਇੰਨੀ ਤਪੱਸਿਆ, ਇੰਨੇ ਦਾਨ ਪੁੰਨ, ਇੰਨੀ ਤੀਰਥ ਯਾਤਰਾ ਕਰਕੇ ਨਹੀਂ ਮਿਲਦਾ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਜੰਗ ਕਰਕੇ ਸਾਨੂੰ ਮਿਲ ਜਾਣਾ। ਸੱਚਖੰਡ ਦੇ ਦਰਵਾਜ਼ੇ ਖੁੱਲ ਜਾਣੇ ਐ। ਅੱਜ ਸ਼ਹੀਦੀਆਂ ਪਾ ਕੇ ਸੱਚਖੰਡ ਜਾ ਪਹੁੰਚੀਏ। ਮਾਤ ਪਿਤਾ ਧਨ ਤਿਸ ਘੇਰਾ, ਉਸ ਸਿੰਘ ਦੇ ਮਾਤਾ ਪਿਤਾ ਵੀ ਧਨ ਹਨ, ਧਨ ਜਨਨੀ ਜਨ ਜਾਇਆ। ਜਿਨ੍ਹਾਂ ਮਾਵਾਂ ਨੇ ਉਹਨਾਂ ਸਿੰਘਾਂ ਨੂੰ ਜਨਮ ਦਿੱਤਾ, ਉਹ ਮਾਵਾਂ ਵੀ ਧਨ ਹੋ ਗਈਆਂ। ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ, ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ।
ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਰਹਿ ਕੇ ਜਿਹੜੇ ਸਿੰਘ ਹਨ ਉਹ ਕਹਿੰਦੇ ਅਸੀਂ ਸੱਚਖੰਡ ਜਾ ਪਹੁੰਚਾਂਗੇ। ਜਨਮ ਧਨ ਕਰ ਲੀਨ ਬਡੇਰਾ। ਉਸ ਸਿੰਘ ਨੇ ਆਪਣਾ ਜਨਮ ਧਨ ਕਰ ਲਿਆ, ਉਹਦੇ ਮਾਤਾ ਪਿਤਾ ਦਾ ਜਨਮ ਵੀ ਧਨ ਗਿਆ, ਉਹਦੀ ਕੁਲਾਂ ਵੀ ਤਰ ਗਈਆਂ ਜਿਹਨੇ ਗੁਰੂ ਦੇ ਸਨਮੁਖ ਰਹਿ ਕੇ ਸ਼ਹੀਦੀਆਂ ਪਾਈਆਂ ਹਨ। ਮਹਾ ਮਹਾਤਮ ਕੋ ਚਿਤ ਲਖੇ। ਕਹਿੰਦੇ ਮਹਾ ਮਹਾਤਮ ਕੋ ਚਿਤ ਲਖੇ, ਉਹ ਆਪਣੇ ਚਿੱਤ ਵਿੱਚ ਵੱਡਾ ਮਹਾਤਮ ਜਾਣਦੇ ਹਨ ਗੁਰੂ ਦੇ ਸਾਹਮਣੇ ਸ਼ਹੀਦੀ ਪਾਉਣ ਦਾ। ਗੁਰ ਤੇ ਹੁਕਮ ਲੇਤ ਗੜ ਵਿਖੇ। ਇਹ ਸਤਿਗੁਰੂ ਕੋਲੋਂ ਗੜੀ 'ਚ ਹੁਕਮ ਮੰਗਦੇ ਨੇ, ਮਹਾਰਾਜ ਮੈਨੂੰ ਹੁਕਮ ਦਿਓ ਹੁਣ ਮੈਂ ਜਾਵਾਂ। ਪਹਿਲਾਂ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਸ਼ਹੀਦ ਹੋਏ, ਫਿਰ ਦਾਨ ਸਿੰਘ, ਧਿਆਨ ਸਿੰਘ ਤੇ ਖਜ਼ਾਨ ਸਿੰਘ ਸ਼ਹੀਦ ਹੋਏ, ਫਿਰ ਭਾਈ ਮੋਹਕਮ ਸਿੰਘ ਪੰਜਾਂ ਪਿਆਰਿਆਂ 'ਚ ਉਹ ਸ਼ਹੀਦ ਹੋਏ, ਫਿਰ ਭਾਈ ਹਿੰਮਤ ਸਿੰਘ ਤੇ ਸਾਹਿਬ ਸਿੰਘ ਵੀ ਜਦੋਂ ਸ਼ਹੀਦ ਹੋ ਗਏ, ਰਹਿੰਦੇ ਸਿੰਘ ਮਹਾਰਾਜ ਤੋਂ ਆਗਿਆ ਮੰਗਣ ਲੱਗੇ ਹਨ। ਬਹਿਲ ਜਾਏ 10-20 ਪ੍ਰਹਾਰ। ਇਹ ਮਹਾਰਾਜ ਹੁਕਮ ਦਿਓ ਬਾਹਰ ਨਿਕਲੀਏ ਤੇ 10-20 ਨੂੰ ਮਾਰ ਕੇ ਮਰੀਏ। ਲੜਤ ਪ੍ਰਾਨ ਤਰ ਸੁਰਗ ਸਿਧਾਰੈ। ਤੇ ਲੜਦੇ ਲੜਦੇ ਸ਼ਹੀਦ ਹੋ ਕੇ ਸੱਚਖੰਡ ਜਾਈਏ। ਬਰਖਤ ਸਰ ਗੋਰੀ ਬਹੁਸਾਰ। ਕਹਿੰਦੇ ਤੀਰਾਂ ਦੇ ਗੋਲੀਆਂ ਦਾ ਦੋਹਾਂ ਪਾਸਿਆਂ ਤੋਂ ਮੀਂਹ ਵਸ ਰਿਹਾ, ਅੰਦਰੋਂ ਵੀ ਸਿੰਘ ਗੋਲੀਆਂ ਦੇ ਤੀਰ ਚਲਾਈ ਜਾਂਦੇ ਨੇ ਗੜੀ ਦੇ ਮਨਾਰਿਆਂ ਚੋਂ, ਤੇ ਬਾਹਰੋਂ ਵੀ ਦੁਸ਼ਮਣ ਬਹੁਤ ਹੀ ਗੋਲੀਆਂ ਦਾ ਮੀਂਹ ਵਰਾਉਂਦੇ ਆ ਵੀ ਗੁਰੂ ਸਾਹਿਬ ਨੂੰ ਮਾਰ ਦਈਏ ਤੇ ਸਿੰਘਾਂ ਨੂੰ ਮਾਰ ਦਈਏ। ਮਰੇ ਅੰਬਾਰ ਹਜ਼ਾਰ ਸੁਮਾਰ। ਕਹਿੰਦੇ ਹਜ਼ਾਰਾਂ ਨੂੰ ਮਾਰ ਕੇ ਸਿੰਘ ਸ਼ਹੀਦ ਹੋ ਰਹੇ ਨੇ ਤੇ ਅਸੀਂ ਵੀ ਹੋ ਜਾਈਏ। ਤਬ ਪੰਚੋ ਮੁਕਤੇ ਬਰ ਵੀਰ। ਤਾਂ ਉਸ ਵੇਲੇ ਫਿਰ 5 ਮੁਕਤੇ ਸਿੰਘ ਭਾਈ ਦੇਵਾ ਸਿੰਘ, ਟਹਿਲ ਸਿੰਘ ਜਿਹੜੇ ਮਹਾਰਾਜ ਦੇ 5 ਸਿੰਘ ਸਨ, ਜਦੋਂ ਮਹਾਰਾਜ ਨੇ ਸਾਧ ਸੰਗਤ ਜੀ ਅੰਮ੍ਰਿਤ ਛਕਾਇਆ, ਕਲਗੀਧਰ ਪਾਤਸ਼ਾਹ ਜੀ ਨੇ ਪਹਿਲਾਂ ਭਾਈ ਦਇਆ ਸਿੰਘ ਜੀ, ਫਿਰ ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਇਹਨਾਂ ਨੇ ਛਕਿਆ। ਫਿਰ ਇਹਨਾਂ ਨੇ ਮਹਾਰਾਜ ਨੂੰ ਅੰਮ੍ਰਿਤ ਛਕਾਇਆ, 10ਵੇਂ ਪਾਤਸ਼ਾਹ ਨੂੰ। ਉਸ ਤੋਂ ਬਾਅਦ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਮੁਕਤੇ ਕਹਿੰਦੇ, ਉਹ 5 ਮੁਕਤੇ ਸਨ। ਉਹ 5 ਮੁਕਤੇ ਫਿਰ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਏ ਹਨ। ਈਸ਼ਰ ਸਿੰਘ, ਦੇਵਾ ਸਿੰਘ ਧੀਰ। ਭਾਈ ਈਸ਼ਰ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਜਥਾ ਸੁਦਾਤਰ ਸ਼ੇਰ ਸਿਧਾਵੈ। ਇਹ 5 ਸਿੰਘ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਏ ਤੇ ਆਗਿਆ ਲੈ ਕੇ ਗੜੀ ਤੋਂ ਬਾਹਰ ਨਿਕਲੇ, ਜਿਵੇਂ ਭੁੱਖਾ ਸ਼ੇਰ ਸ਼ਿਕਾਰ ਵੱਲ ਦੌੜਦਾ ਹੈ। ਜਥਾ ਬਾਜ ਚਿੜੀਅਨ ਪਰ ਜਾਵੈ। ਜਿਵੇਂ ਬਾਜ ਚਿੜੀਆਂ ਤੇ ਪੈ ਜਾਂਦਾ ਹੈ। ਜਿਮ ਤਿਮ ਤੁਰਕਨ ਪਰ ਪੰਚੈ ਗਏ। ਇਹਨਾਂ 5 ਮੁਕਤੇ ਮਹਾਰਾਜ ਦੀ ਆਗਿਆ ਲੈ ਕੇ ਗੜੀ ਚਮਕੌਰ ਚੋਂ ਇਕੱਠੇ ਹੀ ਬਾਹਰ ਨਿਕਲੇ ਤੇ ਤੁਰਕਾਂ ਦੀ ਫੌਜ ਤੇ ਜਾ ਪਏ ਹਨ। ਸੈਨਾ ਸਿੰਧ ਪ੍ਰਵੇਸ਼ਤ ਭਏ। ਦੁਸ਼ਮਣ ਦੀ ਫੌਜ ਦਾ ਵੱਡਾ ਸਮੁੰਦਰ ਸੀ, ਉਹਦੇ ਵਿੱਚ ਜਾ ਵੜੇ ਹਨ। ਜਥਾ ਮਤ ਹਾਥੀ ਬਲ ਜਾਏ। ਜਿਵੇਂ ਮਸਤ ਹਾਥੀ ਵੜ ਜਾਵੇ। ਕਰਤ ਕੇਲ ਜਲ ਦੀਹਤ ਕਾਏ। ਇਹ ਸਰੋਵਰ ਦੇ ਵਿੱਚ ਕਿ ਜਲ ਦੇ ਨਾਲ ਕੇਲਾਂ ਕਰਦਾ ਹਾਥੀ ਵੀ ਕਈ ਵਾਰੀ ਇਸ਼ਨਾਨ ਕਰਨ ਦੇ ਲਈ ਸਰੋਵਰਾਂ 'ਚ ਤਲਾਵਾਂ 'ਚ ਵੜ ਕੇ ਨਾ ਤੇ ਬੜੀਆਂ ਕੇਲਾਂ ਕਰਦਾ। ਇਵੇਂ ਭਾਈ ਈਸ਼ਰ ਸਿੰਘ, ਟਹਿਲ ਸਿੰਘ, ਵੀਰ ਸਿੰਘ ਆਦਿਕ ਜਿਹੜੇ ਮਹਾਰਾਜ ਦੇ 5 ਸਿੰਘ ਸਨ, ਰਾਮ ਸਿੰਘ ਆਦਿਕ, ਇਹਨਾਂ 5 ਮੁਕਤਿਆਂ ਨੇ ਦੁਸ਼ਮਣ ਦੀ ਫੌਜ ਦੇ ਵਿੱਚ ਹਲਚਲੀ ਪਾ ਦਿੱਤੀ ਹੈ। ਪੰਚੋ ਖੜਗ ਚਮਕਤੇ ਦਾਰੁਣ। ਪੰਜਾਂ ਦੇ ਹੱਥ ਵਿੱਚ ਤੇਗਾਂ ਸਰੋਈਆਂ ਲਿਸ਼ਕਾਰੇ ਮਾਰਦੀਆਂ, ਬਿਜਲੀ ਤਰ੍ਹਾਂ ਚਮਕਦੀਆਂ ਨੇ, ਭਿਆਨਕ ਤੇਗਾਂ ਖਾਲਸੇ ਦੀਆਂ। ਲਿਪਟੇ ਰੁਦਰ ਕਰਤ ਗ੍ਰਿਪ ਮਾਰਨ। ਤੇ ਆ ਮੁੱਠੇ ਜਿਹੜੇ ਨੇ ਨਾ ਵੈਰੀ ਨੂੰ ਮਾਰ ਮਾਰ ਕੇ ਹੱਥ ਦੇ ਵਿੱਚ ਹੀ ਫਸ ਗਏ ਹਨ, ਉਹ ਲਹੂ ਨਾਲ ਲਿਬੜ ਗਏ ਹਨ, ਚਿਮਟ ਗਏ ਨੇ ਮੁੱਠਿਆਂ ਦੇ ਨਾਲ ਹੱਥ ਸਿੰਘਾਂ ਦੇ। ਨਿਰਭੈ ਚਲੇ ਵੀਰ ਵੱਡ ਮੱਤੇ। ਕਹਿੰਦੇ ਮਸਤੇ ਹੋਏ 5 ਸੂਰਮੇ ਨਿਰਭੈ ਹੋ ਕੇ ਦੁਸ਼ਮਣ ਦੇ ਵਿੱਚ ਵਿਚਰਦੇ ਹਨ। ਫਤਿਹ ਸੋ ਪਹੁੰਚ ਵੀਰ ਰਸ ਦਿੱਤੇ। ਵੀਰ ਰਸ ਵਿੱਚ ਰੰਗੇ ਹੋਏ ਦੁਸ਼ਮਣ ਨੂੰ ਮਾਰ ਮਾਰ ਸੁੱਟਦੇ ਨੇ ਗੜੀ ਚਮਕੌਰ ਚੋਂ ਨਿਕਲ ਕੇ। ਜਿਮ ਪੰਚੋ ਪਾਂਡਵ ਬਲਵੰਤੇ। ਕਵੀ ਜੀ ਲਿਖਦੇ ਜਿਵੇਂ 5 ਪਾਂਡਵ ਸੂਰਮੇ ਬਲਵਾਨ ਸਨ, ਅਰਜਨ ਤੇ ਭੀਮ ਵਰਗੇ ਗੈਰ ਮਾਰ ਕੇ ਦਲ ਵਿੱਚ ਰੰਤੇ। ਕੌਰਵਾਂ ਦੀ ਫੌਜ ਦੇ ਵਿੱਚ ਜਿਵੇਂ 5 ਪਾਂਡਵ ਵਿਚਰਦੇ ਸੀ ਨਾ ਮਹਾਭਾਰਤ ਦੇ ਯੁੱਧ ਵਿੱਚ, ਏਦਾਂ ਇਹ 5 ਮੁਕਤੇ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਸੂਰਮੇ 10 ਲੱਖ ਫੌਜ ਵਿੱਚ ਵਿਚਰ ਰਹੇ ਹਨ। ਮਾਰੇ ਤੁਰਕ ਅਨੇਕ ਬਿਹਾਲੇ। ਇਹਨਾਂ ਨੇ ਬਹੁਤ ਸਾਰੇ ਤੁਰਕ ਮਾਰੇ, ਵੱਡੇ ਹਾਲੋਂ ਬਿਹਾਲ ਕਰ ਦਿੱਤੇ ਤੁਰਕ। ਦੋ ਤਰਫਤ ਕੇ ਪ੍ਰਾਣ ਨਿਕਾਲੇ। ਕਈ ਤੁਰਕ ਤੜਫਦੇ ਪਏ ਨੇ ਤੇ ਕਈਆਂ ਦੇ ਪ੍ਰਾਣ ਨਿਕਲ ਗਏ ਨੇ। ਤਛਾ ਮੁੱਛ ਕਰਤੇ ਬਹੁ ਫਿਰੇ। ਇਹ ਤਛਾ ਮੋਚੀ ਕਰਦੇ ਫਿਰਦੇ ਨੇ, ਜਿੱਧਰ ਜਾਂਦੇ ਨੇ ਵੱਡ ਵੱਡ ਸੁੱਟੀ ਜਾਂਦੇ ਨੇ। ਓਰੜ ਪਟਨ ਵਿਖੇ ਪੁਨ ਘਿਰੇ। ਫਿਰ ਲੱਖਾਂ ਵੈਰੀਆਂ ਵਿੱਚ ਕਿੰਨਾ ਚਿਰ
ਲੜ ਸਕਦੇ ਸੀ, ਅਖੀਰ ਨੂੰ ਦੁਸ਼ਮਣ 'ਚ ਘਿਰ ਗਏ ਹਨ। ਮਾਰ ਸੈਂਕੜੇ ਭੂਮ ਗਿਰਾਏ, ਪੰਜਿਆਂ ਮੁਕਤਿਆਂ ਨੇ ਫਿਰ ਉਹ ਯੁੱਧ ਕੀਤਾ, ਸੈਂਕੜਿਆਂ ਨੂੰ ਮਾਰ ਕੇ ਧਰਤੀ ਤੇ ਲਟਾ ਦਿੱਤਾ ਹੈ। ਨਿਜ ਸੁਆਮੀ ਕੋ ਜੰਗ ਦਿਖਾਏ, ਪੰਜੇ ਮੁਕਤੇ ਭਾਈ ਦੇਵਾ ਸਿੰਘ, ਈਸ਼ਰ ਸਿੰਘ ਆਦਿਕ ਆਪਣੇ ਕਲਗੀਆਂ ਵਾਲੇ ਪਿਤਾ ਨੂੰ ਆਪਣਾ ਯੁੱਧ ਵਿਖਾ ਕੇ ਰੰਚਕ ਰੰਚਕ ਤਨ ਕਟਵਾਇਓ, ਆਪਣੇ ਸਰੀਰ ਦਾ ਪੁਰਜਾ ਪੁਰਜਾ ਕਟਵਾ ਲਿਆ। ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਕੇ, ਸਰੀਰ ਦਾ ਤੁੰਬਾ ਤੁੰਬਾ ਹੋ ਗਿਆ। ਗੋਲੀਆਂ, ਤੀਰਾਂ, ਬਰਛਿਆਂ, ਗੰਡਾਸਿਆਂ ਦੇ ਵਾਰ ਲੱਗੇ ਹਨ। ਨਹਿ ਪਿੱਛੇ ਇੱਕ ਪੈਰ ਹਟਾਇਓ, ਪਰ ਆਪਣਾ ਪੈਰ ਪਿਛਾ ਨਹੀਂ ਕੀਤਾ। ਮੈਦਾਨੇ ਜੰਗ ਵਿੱਚੋਂ ਪਿਛਾ ਮੁੜ ਕੇ ਨਹੀਂ ਦੇਖਿਆ, ਭੱਜਣ ਦਾ ਨਾਂ ਨਹੀਂ ਲਿਆ, ਬਲਕਿ ਸ਼ੇਰਾਂ ਤਰ੍ਹਾਂ ਗੱਜਦੇ ਹੋਏ ਸ਼ਹੀਦ ਹੋ ਗਏ ਹਨ। ਸਨਮੁਖ ਲੜਤ ਪ੍ਰਾਨ ਕੋ ਦੀਨੇ, ਸਾਹਮਣੇ ਲੜਦੇ ਹੋਏ ਆਪਣੇ ਪ੍ਰਾਣ ਦੇ ਗਏ ਨੇ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਅਰਪਣ ਕਰ ਗਏ ਨੇ। ਵਿਸਮੇ ਤੁਰਕ ਬਿਖੇਰਣ ਕੀਨੇ, ਕਹਿੰਦੇ ਦੁਸ਼ਮਣ ਹੈਰਾਨ ਹੋ ਗਿਆ ਹੈ ਇਹਨਾਂ ਸੂਰਮਿਆਂ ਦਾ ਯੁੱਧ ਵੇਖ ਕੇ, ਇਹਨਾਂ ਦੇ ਹੱਥ ਵੇਖ ਕੇ, ਤੇ ਇਹੀ ਕਹੀ ਜਾਂਦੇ ਨੇ ਤੁਰਕ, ਯਾ ਖੁਦਾ ਇਹ ਮਿੱਟੀ ਕਿਹੜੀ ਦੇ ਬਣੇ ਹੋਏ ਨੇ, ਇਹ ਸਾਥੋਂ ਡਰਦੇ ਹੀ ਨਹੀਂ, ਇਹ ਸਾਥੋਂ ਦਬਦੇ ਹੀ ਨਹੀਂ। ਕਿੰਨਾ ਹੌਸਲਾ ਇਹਨਾਂ ਦਾ, ਕੱਲੇ ਕੱਲੇ ਲੱਖਾਂ ਨਾਲ ਲੜਨ ਆ ਜਾਂਦੇ ਨੇ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਇਹ ਜੰਗ ਜਾਰੀ ਹੈ। ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ